ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਦੇ ਦੁਆਰਾ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਸਾਨੂੰ ਮਨੁੱਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਧਰਤੀ ਅਰ ਆਕਾਸ ਮਹਿ। ਦੋਏ ਤੂੰ ਬਰੀ ਅਬਦ। ਖਟ ਦਰਸ਼ਨ ਸੰਸੇ ਪਰੇ। ਅਰ 84 ਹੀ ਸਿੱਧ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਇਹ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1375 ਦੇ ਉੱਪਰ ਸੁਭਾਏਮਾਨ ਹਨ। ਕਬੀਰ ਸਾਹਿਬ ਜੀ ਇਸ ਸੰਸਾਰ ਰੂਪੀ ਮਾਇਆ ਨੂੰ ਸੰਬੋਧਨ ਕਰਕੇ ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾਉਂਦੇ ਨੇ। ਜੋ ਸਾਡੇ ਮਨ ਦੇ ਵਿੱਚ ਦੁਬਿਧਾ ਪੈਦਾ ਹੋ ਗਈ। ਦੁਬਿਧਾ ਦਾ ਅਰਥ ਹੁੰਦਾ ਹੈ ਦੋ, ਵਿਧ ਦਾ ਅਰਥ ਹੁੰਦਾ ਹੈ ਅਵਸਥਾ। ਸਾਡੀ ਦੋ ਪ੍ਰਕਾਰ ਦੀ ਅਵਸਥਾ ਹੈ, ਬਾਹਰ ਦੀ ਹੋਰ ਤੇ ਅੰਦਰ ਦੀ ਹੋਰ। ਸਰੀਰਕ ਤਲ ਤੇ ਅਵਸਥਾ ਹੋਰ ਹੈ, ਮਾਨਸਿਕ ਤਲ ਤੇ ਅਵਸਥਾ ਹੋਰ ਹੈ। ਅਸੀਂ ਦੁਬਿਧਾ ਦੇ ਵਿੱਚ ਪੈ ਗਏ। ਜਾਂ ਜਿਸ ਰਾਹ ਉੱਤੇ ਅਸੀਂ ਤੁਰ ਕੇ ਮੰਜ਼ਿਲ ਮੁਕਾਮ ਤੇ ਪਹੁੰਚਣਾ ਸੀ, ਉਸ ਰਾਹ ਤੇ ਚੱਲਦੇ ਚੱਲਦੇ ਦੁਰਾਹਾ ਆ ਗਿਆ। ਦੋ ਰਸਤੇ ਆ ਗਏ ਔਰ ਅਸੀਂ ਆਪਣੇ ਰਸਤੇ ਤੋਂ ਖੁੰਝ ਗਏ, ਭੁੱਲ ਗਏ, ਭਟਕ ਗਏ। ਹੁਣ ਜੋ ਦੁਬਿਧਾ ਪੈਦਾ ਹੋ ਗਈ, ਦੂਸਰਾ ਰਸਤਾ ਆ ਗਿਆ, ਉਹਨੇ ਸਾਨੂੰ ਅਸਲ ਰਾਹ ਤੋਂ ਗੁੰਮਰਾਹ ਕਰ ਦਿੱਤਾ। ਅਸੀਂ ਐਸੇ ਦੁਬਿਧਾ ਦੇ ਵਿੱਚ ਫਸੇ ਕਿ ਘੁੰਮਣ ਘੇਰੀ ਵਰਗਾ, ਚੱਕਰਵਿਊਹ ਵਰਗਾ ਮਾਹੌਲ ਬਣ ਗਿਆ। ਜਿਸ ਚੱਕਰਵਿਊਹ ਨੂੰ ਤੋੜਨਾ ਸਾਡੇ ਲਈ ਮੁਸ਼ਕਲ ਹੋ ਗਿਆ। ਜਿਵੇਂ ਇੱਕ ਮੱਕੜੀ ਜਾਲਾ ਬੁਣਦੀ ਹੈ, ਉਹੀ ਜਾਲ ਉਹਦੇ ਵਾਸਤੇ ਜੰਜਾਲ ਬਣ ਜਾਂਦਾ ਹੈ। ਮੱਕੜੀ ਨੇ ਜਾਲਾ ਤੇ ਤਿਆਰ ਕੀਤਾ, ਪਰ ਉਹ ਆਪ ਹੀ ਉਸ ਮੱਕੜੀ ਉਸ ਜਾਲੇ ਵਿੱਚ ਫਸ ਗਈ, ਜਿਹਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਮੁਸ਼ਕਲ ਹੋ ਗਿਆ। ਬਣਾਉਣਾ ਤੇ ਉਹਨੂੰ ਆਇਆ, ਪਰ ਉਸ ਜਾਲੇ ਵਿੱਚੋਂ ਨਿਕਲਣਾ ਉਹਦੇ ਲਈ ਮੁਸ਼ਕਲ ਹੋ ਗਿਆ। ਇਹੀ ਸਾਡਾ ਹਾਲ ਹੈ। ਅਸੀਂ ਆਲ ਤੇ ਜੰਜਾਲ ਵਿੱਚ ਫਸ ਗਏ। ਆਲ ਦਾ ਅਰਥ ਹੁੰਦਾ ਹੈ ਘਰ, ਤੇ ਘਰ ਦੇ ਵਿੱਚ ਜਿਹੜਾ ਮੋਹ ਮਾਇਆ ਦੀਆਂ ਤੰਦਾਂ ਸੀ, ਉਹ ਜੰਜਾਲ ਸਾਡੇ ਲਈ ਬਣ ਗਿਆ। ਹੁਣ ਇਹ ਦੁਬਿਧਾ ਪੈਦਾ ਕਿਸ ਤਰ੍ਹਾਂ ਹੋਈ,
ਇਸ ਮੋਹ ਮਾਇਆ ਸੰਸਾਰ ਦੇ ਰੂਪ ਵਿੱਚ, ਕਿਉਂਕਿ ਦੋ ਹੀ ਨੇ, ਇੱਕ ਨਿਰੰਕਾਰ ਹੈ, ਇੱਕ ਸੰਸਾਰ ਹੈ। ਜਦੋਂ ਅਸੀਂ ਸੰਸਾਰ ਦੇ ਨਾਲ ਸੁਰਤ ਜੋੜਾਂਗੇ ਤੇ ਦੁਬਿਧਾ ਪੈਦਾ ਹੋ ਜਾਏਗੀ, ਤੇ ਜਦੋਂ ਸਾਡੇ ਮਨ ਵਿੱਚ ਦੁਬਿਧਾ ਪੈਦਾ ਹੋ ਗਈ, ਸਾਡੀ ਦੋ ਤਰ੍ਹਾਂ ਦੀ ਅਵਸਥਾ ਹੋ ਗਈ, ਦੋ ਸਾਡੇ ਰਾਹ ਹੋ ਗਏ, ਤੇ ਫਿਰ ਮੰਜ਼ਿਲ ਤੇ ਮੁਕਾਮ ਤੇ ਪਹੁੰਚਣਾ ਬਹੁਤ ਜ਼ਿਆਦਾ ਕਠਿਨ ਹੈ। ਚੱਕਰ ਵੀ ਉਹਦੇ ਵਿੱਚ ਐਸੇ ਫਸ ਗਏ ਜਿਹਦੇ ਵਿੱਚੋਂ ਨਿਕਲਣਾ ਬਹੁਤ ਕਠਿਨ ਹੈ। ਇਸ ਲਈ ਕਬੀਰ ਸਾਹਿਬ ਜੀ ਨੇ ਆਸਮਾਨ ਦੀ ਤੇ ਔਰ ਇਸ ਧਰਤੀ ਦੀ ਗੱਲ ਕੀਤੀ ਹੈ। ਇਹਦੇ ਜਿੰਨੇ ਬਰੀਕੀ ਵਿੱਚ ਆਪਾਂ ਜਾਵਾਂਗੇ, ਉਨੇ ਹੀ ਇਹਦੇ ਅਰਥ ਜਿਹੜੇ ਨੇ ਸਾਨੂੰ ਸਮਝ ਵਿੱਚ ਆਉਣਗੇ। ਪਹਿਲੇ ਇਹ ਸਮਝ ਲਈਏ ਕਿ ਸਾਡਾ ਜੀਵਨ ਆਸਮਾਨ ਔਰ ਇਸ ਧਰਤੀ ਦੇ ਵਿਚਕਾਰ ਹੈ। ਧਰਤੀ ਦੇ ਉੱਪਰ, ਇਸ ਜ਼ਮੀਨ ਦੇ ਉੱਪਰ ਰਹਿ ਰਹੇ ਹਾਂ, ਉੱਪਰ ਸਾਡੇ ਆਸਮਾਨ ਹੈ। ਅਸੀਂ ਇਸ ਦੋਵਾਂ ਦੇ ਵਿਚਕਾਰ ਜਿਹੜਾ ਹੈ, ਉਹ ਕਹਿ ਲਓ ਕਿ ਸਾਡਾ ਜੀਵਨ ਇਸ ਦੋਵਾਂ ਦੇ ਵਿਚਕਾਰ ਚੱਲ ਰਿਹਾ ਹੈ। ਹੁਣ ਇੱਕ ਦੀ ਸਮਝ ਨਾ ਹੋਣ ਕਰਕੇ, ਇੱਕ ਅਕਾਲ ਪੁਰਖ ਦੀ ਸੋਝੀ ਨਾ ਹੋਣ ਕਰਕੇ ਅਸੀਂ ਇਸ ਦੁਬਿਧਾ ਦੇ ਵਿੱਚ ਫਸ ਗਏ। ਜੇ ਧਰਤੀ ਇਸ ਜ਼ਮੀਨ ਤੇ ਵੇਖੋਗੇ, ਇਸ ਜ਼ਮੀਨ ਤੇ ਕੋਈ ਮੜੀਆਂ ਨਾਲ ਜੁੜ ਗਿਆ, ਕੋਈ ਮਸਾਣਾ ਨਾਲ ਜੁੜ ਗਿਆ, ਕੋਈ ਮਿੱਟੀ ਨਾਲ ਜੁੜ ਗਿਆ, ਕੋਈ ਪੱਥਰ ਨਾਲ ਜੁੜ ਗਿਆ, ਕੋਈ ਰੁੱਖ ਨਾਲ ਜੁੜ ਗਿਆ, ਕੋਈ ਦਰਿਆਵਾਂ ਨਾਲ ਜੁੜ ਗਿਆ, ਕੋਈ ਧਾਗੇ ਨਾਲ ਜੁੜ ਗਿਆ, ਕੋਈ ਤਵੀਤਾਂ ਨਾਲ ਜੁੜ ਗਿਆ। ਅਗਰ ਆਸਮਾਨ ਵੱਲ ਵੇਖਾਂਗੇ, ਕੋਈ ਸੂਰਜ ਨਾਲ ਜੁੜ ਗਿਆ ਤੇ ਕੋਈ ਚੰਦਰਮਾ ਨਾਲ ਜੁੜ ਗਿਆ। ਆਸਮਾਨ ਤੇ ਸੂਰਜ ਔਰ ਚੰਦਰਮਾ ਸਾਡੇ ਜਿਹੜੇ ਸੀ, ਇਹ ਸਾਡੇ ਜੀਵਨ ਦੇ ਵਿੱਚ ਰੁਕਾਵਟ ਬਣ ਗਈ। ਕੋਈ ਸੂਰਜ ਨੂੰ ਪੂਜਦਾ ਹੈ, ਕੋਈ ਚੰਦਰਮਾ ਨੂੰ ਪੂਜਦਾ ਹੈ, ਔਰ ਇਸ ਧਰਤੀ ਤੇ ਕੋਈ ਮੜੀ ਨੂੰ ਪੂਜਦਾ ਹੈ, ਕੋਈ ਮਸਾਣਾ ਨੂੰ ਪੂਜਦਾ ਹੈ। ਅੰਮ੍ਰਿਤ ਬਾਣੀ ਦੇ ਵਿੱਚ ਇੱਕ ਬਚਨ ਅਸੀਂ ਪੜ੍ਹਦੇ ਹਾਂ, ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਹੁਣ ਜਿਸ ਗੁਰੂ ਸਾਹਿਬ ਕੋਲੋਂ ਅਸੀਂ ਬਾਣੀ ਦਾ ਗਿਆਨ ਲੈ ਕੇ ਚੱਲਣਾ, ਉਹ ਗੁਰੂ ਸਾਹਿਬ ਦਾ ਕੰਮ ਕੀ ਹੈ? ਸਾਨੂੰ ਭੁੱਲੇ ਨੂੰ ਮਾਰਗ ਤੇ ਪਾਉਣਾ, ਸਾਨੂੰ ਦੁਬਿਧਾ ਵਿੱਚੋਂ ਦੀ ਕੱਢ ਕੇ, ਇੱਕ ਸੰਸਾਰ ਵਿੱਚੋਂ ਕੱਢ ਕੇ ਨਿਰੰਕਾਰ ਨਾਲ ਜੋੜਨਾ, ਸਾਨੂੰ ਸਮਝਾਉਣਾ, ਸਾਨੂੰ ਗਿਆਨ ਦੇਣਾ, ਸੋਝੀ ਦੇਣੀ ਕਿ ਜਿਸ ਰਾਹ ਉੱਤੇ ਤੂੰ ਤੁਰਦਾ ਹੈ, ਇਹ ਦੁਬਿਧਾ ਤੇਰੇ ਜਿੱਥੋਂ ਪੈਦਾ ਹੋਈ ਹੈ, ਉਸ ਦੁਬਿਧਾ ਨੂੰ ਤੇਰੇ ਵਿੱਚੋਂ ਦੀ ਖਤਮ ਕਰਕੇ ਤੈਨੂੰ ਇੱਕੋ ਹੀ ਰਾਹ ਜਿਹੜਾ ਹੈ ਉਹ ਦੱਸਾਂ, ਜਿਹੜਾ ਅਕਾਲ ਪੁਰਖ ਵਾਲਾ ਹੈ, ਜਿਹੜਾ ਸਿਰਜਣਹਾਰ ਹਾਰੇ ਵੱਲ ਜਾਂਦਾ ਹੈ, ਜਿਹੜਾ ਪਾਲਣਾ ਕਰਨ ਵਾਲੇ ਵੱਲ ਨੂੰ ਜਾਂਦਾ ਹੈ, ਜਿਹੜਾ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਜਿਹੜਾ ਸਾਰਿਆਂ ਦਾ ਸਿਰਜਣਹਾਰ ਹੈ, ਜਿਹਨੇ ਸਾਰੇ ਸੰਸਾਰ ਨੂੰ ਸਿਰਜਿਆ, ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ, ਜਿਹੜਾ ਉਸ ਵੱਲ ਨੂੰ ਲੈ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਆ ਮੈਂ ਤੈਨੂੰ ਉਸ ਮਾਰਗ ਤੇ ਪਾ ਦਿਆਂ। ਹੁਣ ਜਿਹੜਾ ਦੁਬਿਧਾ ਵਿੱਚ ਪਿਆ, ਉਹਦੇ ਲਈ ਇਸ ਮਾਰਗ ਤੇ ਚੱਲਣਾ ਬੜਾ ਕਠਿਨ ਹੈ। ਜਿਹੜਾ ਸੰਸਾਰ ਦੇ ਮੱਕੜੀ ਦੀ ਤਰ੍ਹਾਂ ਉਸ ਜੰਜਾਲ ਵਿੱਚ ਫਸਿਆ ਹੋਇਆ ਹੈ, ਉਹਦੇ ਵਿੱਚੋਂ ਨਿਕਲ ਕੇ ਗੁਰਮਤ ਦੇ ਰਾਹ ਤੇ ਤੁਰਨਾ ਬੜਾ ਔਖਾ ਹੈ। ਤਾਂ ਹੀ ਆਖਿਆ ਸੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਹੁਣ ਇਹੀ ਸੰਸਾਰ ਹੈ ਜਿੱਥੇ ਕਬੀਰ ਜੀ ਵੀ ਰਹਿੰਦੇ ਨੇ, ਇਹੀ ਦੁਨੀਆ, ਇਹੀ ਧਰਤੀ, ਆਸਮਾਨ ਹੈ। ਇਹ ਤੇ ਨਹੀਂ ਕਿ ਕਬੀਰ ਜੀ ਵੇਲੇ ਆਸਮਾਨ ਹੋਰ ਸੀ ਤੇ ਇਹ ਜ਼ਮੀਨ ਹੋਰ ਸੀ। ਜਿੰਨੇ ਵੀ 15 ਭਗਤ ਨੇ, 15 ਭਗਤਾਂ ਨੇ ਜਿਹੜੇ ਇਸ ਬਿਖਮ ਮਾਰਗ ਤੇ ਚੱਲ ਕੇ ਦੁਬਿਧਾ ਨੂੰ, ਆਪਣੇ ਅੰਦਰੋਂ ਦੀ ਮੇਰ ਤੇਰ ਨੂੰ ਖਤਮ ਕਰਕੇ, ਆਪਣੇ ਅੰਦਰ ਦੇ ਹੰਕਾਰ ਨੂੰ ਖਤਮ ਕਰਕੇ ਨਿਰੰਕਾਰ ਨੂੰ ਪਾਇਆ। ਇਹੀ ਜ਼ਮੀਨ ਹੈ, ਇਹੀ ਆਸਮਾਨ ਹੈ। ਫਰਕ ਕੀ ਹੈ ਕਿ ਉਹਨਾਂ ਨੂੰ ਉਸ ਮਾਰਗ ਦੀ ਸਮਝ ਆ ਗਈ, ਸਾਨੂੰ ਹਜੇ ਇਸ ਮਾਰਗ ਦੀ ਸਮਝ ਨਹੀਂ। ਉਹਨਾਂ ਨੂੰ ਉਸ ਆਲ ਜੰਜਾਲ ਵਿੱਚੋਂ ਨਿਕਲਣ ਦਾ ਤਰੀਕਾ, ਜੁਗਤੀ ਆ ਗਈ। ਸਾਨੂੰ ਹਜੇ ਉਹ ਤਰੀਕਾ, ਉਹ ਜੁਗਤੀ ਨਹੀਂ ਆਈ।
ਫਿਰ ਸਾਨੂੰ ਕਿਵੇਂ ਆਏਗੀ? ਜਿਨ੍ਹਾਂ ਨੇ ਇਹ ਜੁਗਤ ਨੂੰ ਸਮਝ ਲਿਆ ਉਹਨਾਂ ਦੀ ਬਾਣੀ ਪੜ੍ਹ ਕੇ, ਉਹਨਾਂ ਦੀ ਬਾਣੀ ਨੂੰ ਸਮਝ ਕੇ। ਜਿਵੇਂ ਕਬੀਰ ਜੀ ਦੇ ਸ਼ਲੋਕ ਆਪਾਂ ਵਿਚਾਰ ਰਹੇ ਹਾਂ, ਇਹ ਸਮਝਣ ਵਾਸਤੇ ਨੇ ਵੀ ਕਬੀਰ ਜੀ ਕਿਸ ਤਰ੍ਹਾਂ ਨਿਕਲੇ ਤੇ ਅਸੀਂ ਕਿਵੇਂ ਨਿਕਲਣਾ। ਜਿਸ ਗੁਰੂ ਸਾਹਿਬ ਜੀ ਨਾਲ ਜੁੜੇ ਹਾਂ, ਗੁਰੂ ਸਾਹਿਬ ਕਹਿੰਦੇ ਬਾਣੀ ਦਾ ਅਭਿਆਸ ਕਰ, ਇਹ ਇਸ ਕਰਕੇ ਕਿ ਤੇਰੇ ਅੰਦਰੋਂ ਦੁਬਦਾ ਖਤਮ ਹੋ ਜਾਏ। ਤੇ ਗੁਰਬਾਣੀ ਵਿੱਚ ਸਮਝਾਉਂਦਿਆਂ ਹੋਇਆਂ ਸਾਨੂੰ ਇਹ ਵੀ ਕਿਹਾ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਮਹਾਰਾਜ ਕਹਿੰਦੇ ਦੁਬਦਾ ਵਿੱਚ ਨਹੀਂ ਪੈਣਾ ਜੇ ਤੁਸੀਂ ਅੰਮ੍ਰਿਤ ਬਾਣੀ ਦਾ ਅਭਿਆਸ ਕਰਨਾ, ਕਿਉਂਕਿ ਬਾਣੀ ਦਾ ਜਿਹੜਾ ਵੀ ਅਭਿਆਸ ਕਰੇਗਾ ਉਹ ਸ਼ੁਰੂਆਤ ਇੱਕ ਓੰਕਾਰ ਤੋਂ ਕਰੇਗਾ। ਇਹ ਵੀ ਧਿਆਨ ਰੱਖਣਾ, ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਾਂਗੇ ਸ਼ੁਰੂਆਤ ਇੱਕ ਓੰਕਾਰ ਤੋਂ ਹੀ ਕਰਨੀ ਪੈਣੀ ਹੈ। ਤੇ ਇੱਕ ਓੰਕਾਰ ਨੂੰ ਸਮਝਣ ਦਾ ਮਤਲਬ ਹੈ ਦੁਬਦਾ ਵਿੱਚੋਂ ਨਿਕਲਣਾ। ਦੋ ਬੇੜੀਆਂ ਦੇ ਵਿੱਚੋਂ ਦੀ ਇੱਕ ਬੇੜੀ ਤੇ ਸਵਾਰ ਹੋਣਾ। ਇੱਕ ਓੰਕਾਰ, ਇੱਕ ਨੂੰ ਸਮਝਣ ਵਾਸਤੇ ਸਾਨੂੰ ਇਹ ਵਿਸ਼ਾਲ ਰੂਪ ਵਿੱਚ ਗੁਰਬਾਣੀ ਦਿੱਤੀ ਹੈ ਕਿ ਤੂੰ ਇੱਕ ਨਾਲ ਜੁੜਨਾ, ਇੱਕ ਤੇ ਭਰੋਸਾ ਰੱਖਣਾ, ਇੱਕ ਨੂੰ ਹੀ ਸਮਝਣਾ। ਸਭ ਜੀ ਕਹਿੰਦੇ ਇੱਕ ਨੂੰ ਸਮਝਣ ਲਈ ਪਹਿਲੀ ਗੱਲ ਇਹ ਹੈ ਕਿ ਦੁਬਦਾ ਨਾ ਪੜੋ। ਤੈਨੂੰ ਲੋਕ ਬੜੇ ਵਹਿਮ ਭਰਮ ਦੇ ਵਿੱਚ ਪਾਉਣਗੇ, ਤੂੰ ਕਿਸੇ ਵਹਿਮ ਭਰਮ ਵਿੱਚ ਨਹੀਂ ਪੈਣਾ। ਲੋਕ ਧਰਮਾਂ ਦੀ ਵੰਡੀਆਂ ਕਰਕੇ ਆਪਣੇ ਆਪਣੇ ਨਾਲ ਜੋੜਨਗੇ, ਪਰ ਤੂੰ ਉਸ ਭਰਮ 'ਚ ਨਹੀਂ ਪੈਣਾ। ਥੋੜਾ ਇਹਨੂੰ ਇਦਾਂ ਸਮਝ ਲਓ, ਕਿਉਂਕਿ ਸਾਹਿਬ ਨੇ ਕਿਤੇ ਨਾ ਕਿਤੇ ਇਹ ਵੀ ਕਿਹਾ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਇਹ ਵੀ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਸਾਰੇ ਮੇਰੇ ਭਾਈ, ਏਕ ਪਿਤਾ ਏਕ ਸਕੇ ਹਮ ਬਾਰਕ। ਸਾਡੇ ਸਾਰਿਆਂ ਦਾ ਪਿਤਾ ਇੱਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਦਾ ਜੇ ਸਰੂਪ ਤਿਆਰ ਕੀਤਾ, ਔਰ ਕਿੰਨੇ ਸੋਚ ਸਮਝ ਵਿਚਾਰ ਕੇ ਕੀਤਾ ਕਿ ਹਰ ਧਰਮ ਦਾ ਪ੍ਰਾਣੀ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਸਕਦਾ ਹੈ। ਬਾਣੀ ਦੇ ਵਿੱਚੋਂ ਦੀ ਹੁਣ ਤਿੰਨ ਮੰਨ ਲਓ ਵੀ ਪ੍ਰਾਣੀ ਬੈਠੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ। ਇੱਕ ਸਨਾਤਨ ਧਰਮ ਦਾ, ਇੱਕ ਇਸਲਾਮ ਧਰਮ ਦਾ, ਇੱਕ ਗੁਰਸਿੱਖ ਬੈਠਾ ਹੈ। ਹੁਣ ਤਿੰਨਾਂ ਦੇ ਵਿੱਚੋਂ ਇੱਕ ਉੱਠ ਕੇ ਜਾਣ ਲੱਗਾ। ਉਹ ਕਹਿੰਦੇ ਵੀ ਕਿਉਂ ਉੱਠ ਕੇ ਚੱਲਿਆ? ਕਹਿਣ ਲੱਗੇ ਮੈਂ ਆਪਣੇ ਅੱਲਾਹ ਨੂੰ ਚੇਤੇ ਕਰਨਾ ਹੈ, ਮੈਂ ਆਪਣੇ ਖੁਦਾ ਨੂੰ ਚੇਤੇ ਕਰਨਾ ਹੈ। ਉਹ ਕਹਿਣ ਲੱਗੇ ਫਿਰ ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹ, ਤੈਨੂੰ ਇਹਦੇ ਵਿੱਚੋਂ ਹੀ ਅੱਲਾਹ ਮਿਲ ਜਾਏਗਾ, ਤੈਨੂੰ ਇਹਦੇ ਵਿੱਚੋਂ ਹੀ ਖੁਦਾ ਮਿਲ। ਤੂੰ ਕਿਸ ਖੁਦਾ ਨੂੰ ਜਿਹੜਾ ਹੈ ਉਹ ਪਾਉਣ ਲਈ ਤੂੰ ਚੱਲਿਆ? ਤੂੰ ਇੱਥੇ ਬੈਠ ਕੇ ਸੁਣ, ਤੈਨੂੰ ਇੱਥੇ ਅੱਲਾਹ ਦੀ ਆਵਾਜ਼ ਆਏਗੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਦੋਂ ਉਹਨੂੰ ਆਖਿਆ ਤੇ ਉਹ ਬੈਠ ਗਿਆ। ਉਹ ਕਹਿੰਦੇ ਮੇਰਾ ਅੱਲਾਹ ਤੇ ਇੱਥੇ ਵੀ ਮਿਲਦਾ ਹੈ। ਸਭ ਕਹਿੰਦੇ ਦੁਬਦਾ ਨੂੰ ਆਪਣੇ ਵਿੱਚੋਂ ਕੱਢ ਕੇ ਵੇਖੋ, ਨਫ਼ਰਤ ਖਤਮ ਹੋ ਜਾਏਗੀ। ਤੇ ਦੂਜਾ ਉੱਠਿਆ, ਉਹ ਕਹਿੰਦੇ ਕਿਉਂ ਉੱਠਿਆ? ਉਹ ਕਹਿੰਦਾ ਮੈਂ ਆਪਣੇ ਰਾਮ ਨੂੰ ਚੇਤੇ ਕਰਨਾ ਹੈ। ਕਹਿਣ ਲੱਗੇ ਬੈਠ, ਤੈਨੂੰ ਇੱਥੇ ਹੀ ਰਾਮ ਦੀ ਆਵਾਜ਼ ਆਏਗੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਔਰ ਨਾਲੇ ਤੈਨੂੰ ਤਰੀਕਾ ਵੀ ਸਮਝਾਇਆ ਜਾਏਗਾ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹਿੰਦੇ ਉਹ ਵੀ ਟਿਕ ਗਿਆ। ਹੁਣ ਤਿੰਨੇ ਜਾਣੇ ਬੈਠ ਕੇ ਇੱਕ ਨੂੰ ਧਿਆਉਂਦੇ ਪਏ ਨੇ, ਜਿਹਦੇ ਵਿੱਚੋਂ ਅੱਲਾਹ ਦੀ ਆਵਾਜ਼ ਵੀ ਆ ਰਹੀ ਹੈ ਤੇ ਰਾਮ ਦੀ ਵੀ ਆ ਰਹੀ ਹੈ। ਦੁਬਦਾ ਖਤਮ ਹੋ ਗਈ। ਜਿਹੜਾ ਅਸੀਂ ਰਾਹ ਭੁੱਲ ਗਏ ਸੀ, ਉਹ ਰਾਹ ਦੀ ਸਾਨੂੰ ਸਮਝ ਆ ਗਈ। ਤੇ ਜਦੋਂ ਦੁਬਦਾ ਸਾਡੇ ਅੰਦਰੋਂ ਦੀ ਖਤਮ ਹੋ ਗਈ, ਨਫ਼ਰਤ ਵੀ ਖਤਮ ਹੋ ਜਾਏਗੀ, ਈਰਖਾ ਵੀ ਖਤਮ ਹੋ ਜਾਏਗੀ। ਤਾਂ ਹੀ ਤੇ ਸਾਹਿਬ ਕਹਿੰਦੇ ਤੁਸੀਂ ਬੈਠ, ਰਲ ਮਿਲ ਕੇ ਬੈਠ ਕੇ ਉਸ ਮਾਲਕ ਦੇ ਗੁਣ ਗਾਓ, ਜਿਹਨੂੰ ਅੱਲਾਹ ਵੀ ਕਹਿੰਦੇ ਆ, ਰਾਮ ਵੀ ਕਹਿੰਦੇ ਆ। ਉਹ ਹੈ ਇੱਕ ਹੈ, ਪਰ ਉਹਨੂੰ ਅਸੀਂ ਦੁਬਦਾ ਵਿੱਚ ਪਾ ਕੇ ਅਸੀਂ ਵੱਖਰੇ ਵੱਖਰੇ ਕਰ ਦਿੱਤਾ। ਇਸ ਲਈ ਵੰਡੀਆਂ ਸੰਸਾਰ ਵਿੱਚ ਪੈ ਗਈਆਂ।
ਅੱਜ ਵੀ ਤੁਸੀਂ ਵੇਖੋ, ਜਦੋਂ ਸੰਗਤ ਦੀ ਗੱਲ ਹੋਵੇ, ਭਾਵੇਂ ਪੰਗਤ ਦੀ ਗੱਲ ਹੋਵੇ, ਸੰਗਤ ਔਰ ਪੰਗਤ ਵਿੱਚ ਕਿਸੇ ਦੀ ਜਾਤ ਤੇ ਕਿਸੇ ਦਾ ਧਰਮ ਨਹੀਂ ਵੇਖਿਆ ਜਾਂਦਾ। ਜਦੋਂ ਗੁਰਬਾਣੀ ਦੇ ਸ਼ਬਦ ਦਾ ਲੰਗਰ ਵਰਤਦਾ ਹੋਵੇ, ਕੀਰਤਨ ਰੂਪ ਵਿੱਚ, ਕਥਾ ਰੂਪ ਵਿੱਚ, ਉੱਥੇ ਇਹ ਥੋੜ੍ਹੀ ਵੇਖਿਆ ਜਾਂਦਾ ਤੂੰ ਕਿਹੜੇ ਧਰਮ ਦਾ ਹੈ, ਤੂੰ ਕਿਹੜੇ ਜਾਤ ਬਰਾਦਰੀ ਦਾ। ਨਹੀਂ, ਸਿਰਫ ਦੇਖਿਆ ਜਾਂਦਾ ਵੀ ਇਹ ਮਨੁੱਖੀ ਜਾਮੇ ਵਿੱਚ ਆਇਆ ਹੈ। ਪੰਗਤ ਵਿੱਚ ਜਦੋਂ ਦੂਸਰਾ ਲੰਗਰ ਗੁਰੂ ਨਾਨਕ ਸਾਹਿਬ ਦੇ ਘਰ ਦਾ ਵਰਤਦਾ ਹੈ, ਤੇ ਉੱਥੇ ਵੀ ਨਹੀਂ ਦੇਖਿਆ ਜਾਂਦਾ ਤੂੰ ਕਿਹੜੇ ਧਰਮ ਦਾ ਹੈ, ਕਿਹੜੀ ਜਾਤ ਬਰਾਦਰੀ ਦਾ ਹੈ। ਸਿਰਫ ਦੇਖਿਆ ਜਾਂਦਾ ਹੈ ਕਿ ਇਹ ਇਨਸਾਨੀ ਜਾਮੇ ਵਿੱਚ ਹੈ, ਇਹ ਮਨੁੱਖ ਹੈ ਜਿਹੜਾ ਉਸ ਰੱਬ ਨੇ ਬਣਾਇਆ। ਕਹਿਣ ਲੱਗੇ ਇਹ ਦੁਬਦਾ ਵਿੱਚੋਂ ਨਿਕਲੋਗੇ ਤਾਂ ਇਹ ਇਸ ਤਰ੍ਹਾਂ ਦੇ ਕਾਰਜ ਹੋਣੇ। ਹੁਣ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਤੂੰ ਆਸਮਾਨ ਔਰ ਇਸ ਧਰਤੀ ਦੇ ਵਿਚਕਾਰ ਦੁਬਦਾ ਵਿੱਚ ਫਸ ਗਿਆ ਹੈ। ਜੇ ਤੂੰ ਆਸਮਾਨ ਵੱਲ ਵੇਖਦਾ ਹੈ ਤੇ ਸੂਰਜ ਤੇ ਚੰਦਰਮਾ ਨਾਲ ਜੁੜਿਆ ਹੋਇਆ, ਜੇ ਇਸ ਧਰਤੀ ਤੇ ਵੇਖੀਏ ਤਾਂ ਮੜੀ ਤੇ ਮਸਾਣਾ ਨਾਲ ਜੁੜਿਆ ਹੋਇਆ। ਤੂੰ ਅਸਲ ਵਿੱਚ ਇਹਨਾਂ ਦੋਵਾਂ ਵਿੱਚ ਇੱਕ ਨਾਲ ਜੁੜਨਾ ਸੀ, ਜਿਹਨੇ ਆਸਮਾਨ ਬਣਾਇਆ ਔਰ ਜਿਹਨੇ ਇਸ ਧਰਤੀ ਨੂੰ ਬਣਾਇਆ, ਜਿਹਨੇ ਸੂਰਜ ਵਿੱਚ ਰੋਸ਼ਨੀ ਭਰ ਦਿੱਤੀ, ਜਿਹਨੇ ਚੰਦਰਮਾ ਦੇ ਵਿੱਚ ਚਾਨਣੀ ਭਰ ਦਿੱਤੀ, ਜਿਹਨੇ ਇਸ ਧਰਤੀ ਦੇ ਵਿੱਚ ਇੰਨੇ ਗੁਣ ਭਰ ਦਿੱਤੇ ਕਿ ਤੂੰ ਬੀਜ ਪਾ, ਫਲ ਜਿਹੜਾ ਉਹਦੇ ਵਿੱਚੋਂ ਦੀ ਪ੍ਰਾਪਤ ਕਰ, ਇਸ ਧਰਤੀ ਤੇ ਰਹਿ ਕੇ ਆਪਣੇ ਜੀਵਨ ਨੂੰ ਹੰਢਾ। ਤੂੰ ਕੀ ਕਰਨਾ ਸੀ? ਇਸ ਦੋਵਾਂ ਦੇ ਵਿਚਕਾਰ ਇੱਕ ਨਾਲ ਜੁੜਨਾ ਸੀ। ਇਹੀ ਤੇ ਬਿਖਮ ਮਾਰਗ ਹੈ ਵੀ ਇਹਨਾਂ ਦੇ ਵਿੱਚ ਰਹਿ ਕੇ ਇੱਕ ਨਾਲ ਜੁੜਨਾ। ਇਸ ਲਈ ਕਬੀਰ ਸਾਹਿਬ ਜੀ ਨੇ ਅੱਜ ਇਹ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ। ਹੁਣ ਧਿਆਨ ਰੱਖਿਓ, ਜਦੋਂ ਕੋਈ ਗੱਲ ਕਿਸੇ ਨੂੰ ਸਮਝਾਉਂਦਾ ਹੈ ਤੇ ਸਾਹਮਣੇ ਵਾਲਾ ਇੱਕੋ ਹੀ ਪਰਤ ਕੇ ਜਵਾਬ ਦਿੰਦਾ ਹੈ ਕਿ ਮੈਨੂੰ ਤੂੰ ਸਮਝਾ ਰਿਹਾ ਹੈ, ਤੂੰ ਆਪਣੇ ਜੀਵਨ ਬਾਰੇ ਦੱਸ, ਤੂੰ ਆਪਣੇ ਬਾਰੇ ਦੱਸ ਕਿ ਤੂੰ ਕਿੰਨਾ ਕੁ ਸਮਝਿਆ। ਫਿਰ ਅਗਲੇ ਸ਼ਲੋਕ ਵਿੱਚ ਕਬੀਰ ਜੀ ਨੇ ਆਪਣਾ ਵੀ ਜ਼ਿਕਰ ਕਰਨਾ ਹੈ ਕਿ ਜੇ ਮੇਰੇ ਬਾਰੇ ਪੁੱਛਦੇ ਹੋ ਤੇ ਮੇਰੀ ਆਹ ਅਵਸਥਾ ਹੈ। ਪਰ ਪਹਿਲਾਂ ਕਬੀਰ ਜੀ ਨੇ ਅੱਜ ਦੇ ਇਸ ਜਗਤ ਵਿੱਚ ਜੋ ਮਨੁੱਖ ਪ੍ਰਾਣੀ ਦੀ ਹਾਲਤ ਹੈ ਉਹਨੂੰ ਬਿਆਨ ਕਰਦੇ ਨੇ। ਕਬੀਰ ਧਰਤੀ ਅਰ ਆਕਾਸ਼ ਮਹਿ, ਇਸ ਧਰਤੀ ਔਰ ਇਸ ਆਕਾਸ਼ ਦੇ ਵਿੱਚ, ਮਹਿ ਦਾ ਅਰਥ ਹੁੰਦਾ ਵਿੱਚ, ਤੇ ਆਰੰਭ ਵਿੱਚ ਹੀ ਤੁਹਾਡੇ ਨਾਲ ਸਾਂਝ ਪਾਈ ਕਿ ਧਰਤੀ ਆਕਾਸ਼ ਦੇ ਅਰਥ ਸਿਰਫ ਆ ਬਾਹਰ ਦਾ ਤੇ ਆ ਧਰਤੀ ਆਸਮਾਨ ਦਾ ਜ਼ਿਕਰ ਨਹੀਂ। ਇੱਥੇ ਤੁਸੀਂ ਬਰੀਕੀ ਨਾਲ ਵੇਖੋਗੇ ਤਾਂ ਸਾਡਾ ਇਹ ਸਰੀਰ ਵੀ ਇੱਕ ਧਰਤੀ ਹੈ। ਆ ਸਰੀਰ, ਇਹਦੇ ਵਿੱਚ ਪਾਣੀ ਵੀ ਹੈ, ਇਹਦੇ ਵਿੱਚ ਮਿੱਟੀ ਵੀ ਹੈ, ਇਹਦੇ ਵਿੱਚ ਹਵਾ ਵੀ ਹੈ। ਤੇ ਜਿਸ ਜ਼ਮੀਨ ਤੇ ਅਸੀਂ ਰਹਿ ਰਹੇ ਹਾਂ ਉਹਦੇ ਵਿੱਚ ਕੀ ਹੈ? ਮਿੱਟੀ ਵੀ ਹੈ, ਪਾਣੀ ਵੀ ਹੈ, ਹਵਾ ਵੀ ਹੈ। ਜਿਹੜੇ ਪੰਜ ਤੱਤ ਸਾਨੂੰ ਬਾਹਰ ਦਿਸਦੇ ਨੇ ਉਹੀ ਪੰਜ ਤੱਤ ਸਾਡੇ ਸਰੀਰ ਵਿੱਚ ਨੇ। ਧਰਤੀ ਦਾ ਅਰਥ ਸਾਡਾ ਇਹ ਸਰੀਰ ਜਿਹੜਾ ਪੰਜ ਤੱਤਾਂ ਦਾ ਬਣਿਆ ਹੋਇਆ, ਔਰ ਆਕਾਸ਼ ਦਾ ਮਤਲਬ ਹੈ, ਆਕਾਸ਼ ਮਤਲਬ ਪ੍ਰਕਾਸ਼, ਆਕਾਸ਼ ਦਾ ਮਤਲਬ ਹੈ ਆ ਧੁਰ ਕੀ ਬਾਣੀ, ਆਕਾਸ਼ ਦਾ ਮਤਲਬ ਹੈ ਨਿਰੋਲ ਇੱਕ ਪਰਮੇਸ਼ਵਰ ਦਾ ਨਾਮ। ਤੇਰੇ ਇਸ ਜੀਵਨ ਵਿੱਚ ਤੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਦੁਬਦਾ ਪੈਦਾ ਹੋ ਗਈ। ਫਿਰ ਸਮਝ ਲੈਣਾ, ਅਗਰ ਬਾਹਰ ਦੀ ਗੱਲ ਕਰੋਗੇ ਤਾਂ ਇਸ ਧਰਤੀ ਤੇ ਕਿੰਨੇ ਐਸੇ ਥਾਂ ਬਣ ਗਏ ਜਿਨ੍ਹਾਂ ਨੂੰ ਬਣਾਉਣ ਦੀ ਲੋੜ ਨਹੀਂ ਸੀ, ਜਿੱਥੇ ਕਰਮ ਕਾਂਡ ਤੇ ਪਾਖੰਡ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ, ਜਿੱਥੇ ਪਰਮਾਤਮਾ ਦੀ ਗੱਲ ਹੁੰਦੀ ਨਹੀਂ ਹੈ, ਇੱਕ ਅਕਾਲ ਪੁਰਖ ਦੀ ਗੱਲ ਹੁੰਦੀ ਨਹੀਂ ਹੈ, ਜਿੱਥੇ ਸਿਰਫ ਤੇ ਸਿਰਫ ਕਰਮ ਕਾਂਡ ਹੀ ਹੁੰਦਾ ਹੈ। ਆਸਮਾਨ ਤੇ ਵੇਖੋ, ਕੋਈ ਸੂਰਜ ਨੂੰ ਪੂਜਦਾ ਹੈ, ਕੋਈ ਚੰਦਰਮਾ ਨੂੰ ਪੂਜਦਾ ਹੈ। ਤੇ ਸਤਿਗੁਰੂ ਜੀ ਨੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ ਵੀ ਸਮਝਾਇਆ, ਔਰ ਸਮਝਾਇਆ ਗੱਲੀਂ ਬਾਤੀ ਨਹੀਂ ਸੀ, ਪ੍ਰੈਕਟੀਕਲ ਕਰਕੇ ਸਮਝਾਇਆ ਸੀ ਕਿ ਜੇ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਤੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ, ਉਹ 1000 ਮੀਲ ਦੂਰ ਹੈ, ਇਹ 100 ਮੀਲ ਦੂਰ ਹੈ। ਜੇ ਖੇਤਾਂ ਤੱਕ ਪਾਣੀ ਨਹੀਂ ਮੇਰਾ ਪਹੁੰਚ ਸਕਦਾ ਤੇ 1000 ਮੀਲ ਤੱਕ ਕਿਵੇਂ ਪਹੁੰਚੇਗਾ? ਉਹ ਦੁਬਦਾ ਖਤਮ ਕਰ ਦਿੱਤੀ।
ਪਰ ਗੁਰਬਾਣੀ ਨੂੰ ਆਪਾਂ ਸਮਝੀਏ, ਸਾਡਾ ਇਹ ਸਰੀਰ ਕੀ ਹੈ? ਇੱਕ ਧਰਤੀ ਦੇ ਰੂਪ ਵਿੱਚ ਹੈ। ਸਾਹਿਬ ਕਹਿੰਦੇ ਜਿਹੜੀ ਧੁਰੋਂ ਬਾਣੀ ਆਈ ਹੋਈ ਹੈ ਉਹ ਤੁਹਾਡੇ ਲਈ ਆਕਾਸ਼ ਦਾ ਰੂਪ ਹੈ। ਇਸ ਬਾਣੀ ਵਿੱਚ ਔਰ ਸਾਡੇ ਜੀਵਨ ਵਿੱਚ ਇੱਕ ਦੁਬਿਧਾ ਪੈਦਾ ਹੋ ਗਈ। ਉਹ ਦੁਬਿਧਾ ਕਿਵੇਂ ਪੈਦਾ ਹੋਈ? ਇਹ ਸੰਸਾਰ ਰੂਪੀ, ਇਸ ਮਾਇਆ ਰੂਪੀ ਸੰਸਾਰ ਕਰਕੇ। ਦੁਬਿਧਾ ਕਦੋਂ ਹੋਏਗੀ? ਜਦੋਂ ਦੋਵਾਂ ਵਿਚਕਾਰ ਕੋਈ ਤੀਸਰਾ ਆ ਜਾਏਗਾ। ਜਦੋਂ ਇਹ ਤੀਸਰਾ ਕੌਣ ਆਇਆ? ਇਹ ਸੰਸਾਰ ਆ ਗਿਆ। ਇਹਨੇ ਐਸੀ ਦੁਬਿਧਾ ਪੈਦਾ ਕੀਤੀ, ਨਿਰੰਕਾਰ ਵੱਲ ਧਿਆਨ ਹੀ ਨਹੀਂ ਜਾਂਦਾ। ਔਰ ਸਾਡੀ ਹਾਲਤ ਤਾਂ ਇਦਾਂ ਦੀ ਹੈ ਵੀ ਜਨਮ ਲੈਂਦਿਆਂ ਹੀ ਦੁਬਿਧਾ ਪੈਦਾ ਹੋ ਗਈ। ਜਨਮ ਤੋਂ ਹੀ ਦੁਬਿਧਾ ਪੈਦਾ ਹੋ ਗਈ, ਕਿਉਂਕਿ ਜਨਮ ਹੁੰਦਿਆਂ ਸਾਰ ਹੀ ਇਸ ਮਾਇਆ ਨੇ ਆਪਣਾ ਅਮਰ ਐਸਾ ਵਰਤਾਇਆ ਕਿ ਸਾਡੀ ਲਿਵ ਉਹਦੇ ਨਾਲੋਂ ਛੁੜਕ ਗਈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਹਿੰਦੇ ਜਿਹੜੀ ਲਿਵ ਮਾਤਾ ਦੇ ਪੇਟ ਵਿੱਚ ਉਸ ਅਕਾਲ ਪੁਰਖ ਨਾਲ ਲੱਗੀ ਸੀ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਸਭ ਤੋਂ ਪਹਿਲਾਂ ਜਨਮ ਲੈਂਦਿਆਂ ਸਾਰ ਕੀ ਹੋਇਆ? ਸਭ ਤੋਂ ਪਹਿਲਾਂ ਇਹੀ ਦੁਬਿਧਾ ਪੈਦਾ ਹੋ ਗਈ। ਹੁਣ ਸੰਸਾਰ ਹੀ ਸੰਸਾਰ ਨਜ਼ਰ ਆਉਂਦਾ ਹੈ, ਪਰ ਨਿਰੰਕਾਰ ਨਜ਼ਰ ਨਹੀਂ ਆਉਂਦਾ। ਦੁਨੀਆ ਨਾਲ, ਸੰਸਾਰ ਨਾਲ ਸਾਡੀ ਸੁਰਤ ਜੁੜਦੀ ਹੈ, ਪਰ ਨਿਰੰਕਾਰ ਨਾਲ ਨਹੀਂ ਜੁੜਦੀ। ਔਰ ਇਹ ਐਸੀ ਅਬੱਧ ਦੁਬਿਧਾ ਹੈ ਜਿਹਦਾ ਬੱਧ ਨਹੀਂ ਕੀਤਾ ਜਾ ਸਕਦਾ। ਬੱਧ ਦਾ ਅਰਥ ਹੁੰਦਾ ਖਤਮ ਕਰਨਾ, ਨਾਸ਼। ਇਹ ਦੁਬਿਧਾ ਕੋਈ ਖਤਮ ਕਰ ਸਕਦਾ, ਸਾਰੇ ਨਹੀਂ ਕਰ ਸਕਦੇ। ਜੇ ਸਾਰੇ ਹੀ ਦੁਬਿਧਾ ਵਿੱਚੋਂ ਨਿਕਲ ਜਾਣ ਤੇ ਇਹ ਲੜਾਈਆਂ, ਝਗੜੇ, ਕਤਲ ਆਮ, ਜੋ ਠੱਗੀਆਂ, ਹੇਰਾ ਫੇਰੀਆਂ, ਇਹ ਪਾਪ ਜਿੰਨਾ ਵੀ ਸੰਸਾਰ ਵਿੱਚ ਕਮਾਇਆ ਜਾ ਰਿਹਾ, ਇਹ ਕਿਤੇ ਸਾਰੇ ਦਾ ਸਾਰਾ ਖਤਮ ਨਾ ਹੋ ਜਾਏ। ਪਰ ਵਿਰਲੇ ਨੇ ਉਹ ਜਿਹੜੇ ਇਸ ਦੁਬਿਧਾ ਨੂੰ ਮਾਰ ਕੇ ਪਰਮੇਸ਼ਵਰ ਦੇ ਨਾਮ ਨਾਲ, ਇੱਕ ਅਕਾਲ ਪੁਰਖ ਨਾਲ ਆਪਣੀ ਸੁਰਤ ਜੋੜਦੇ ਨੇ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ। ਸਾਹਿਬ ਕਹਿੰਦੇ ਜੋ ਇਸ ਮਾਰੈ ਸੋਈ ਸੂਰਾ। ਜਿਹੜਾ ਇਸ ਦੁਬਿਧਾ ਨੂੰ ਮਾਰ ਦੇਵੇ, ਜਿਹੜਾ ਸਾਡੇ ਰਾਹ ਵਿੱਚ ਰੁਕਾਵਟ ਬਣ ਗਈ, ਜਿੱਥੇ ਆ ਕੇ ਸਾਡੇ ਦੋ ਰਾਹ ਬਣ ਗਏ, ਜਿੱਥੇ ਆ ਕੇ ਗਲਤ ਫਹਿਮੀ ਪੈਦਾ ਹੋ ਗਈ, ਤੇ ਆਪਾਂ ਸਮਝ ਸਕਦੇ ਹਾਂ ਘਰ ਦੇ ਵਿੱਚ ਸਾਡੇ ਜਿਹੜੇ ਰਿਸ਼ਤੇ ਹੁੰਦੇ ਨੇ, ਇੱਕ ਛੋਟੀ ਜਿਹੀ ਗਲਤ ਫਹਿਮੀ ਕਈ ਵਾਰੀ ਰਿਸ਼ਤਿਆਂ ਵਿੱਚ ਤਰੇੜਾਂ ਲੈ ਆਉਂਦੀ ਹੈ। ਛੋਟੀ ਜਿਹੀ ਗਲਤ ਫਹਿਮੀ ਕਈ ਵਾਰੀ ਰਿਸ਼ਤਿਆਂ ਨੂੰ ਤਬਾਹ ਕਰ ਦਿੰਦੀ ਹੈ। ਘਰਾਂ ਦੇ ਘਰ ਉੱਜੜ ਜਾਂਦੇ ਨੇ, ਵੰਡੀਆਂ ਪੈ ਜਾਂਦੀਆਂ ਨੇ, ਪਰ ਨਿਕਲਿਆ ਕਿ ਮਾੜੀ ਜਿਹੀ ਗਲਤ ਫਹਿਮੀ ਪੈਦਾ ਹੋ ਗਈ। ਉਸ ਮਾੜੀ ਜਿਹੀ ਗਲਤ ਫਹਿਮੀ ਨੇ ਐਸੀ ਦੁਬਿਧਾ ਪਾ ਦਿੱਤੀ ਕਿ ਇੱਕ ਘਰ ਦੀਆਂ ਕਿੰਨੀਆਂ ਵੰਡੀਆਂ ਹੋ ਗਈਆਂ। ਇਸੇ ਤਰ੍ਹਾਂ ਇਹ ਦੁਬਿਧਾ ਨੇ ਸਾਨੂੰ ਇੱਕ ਪਰਮਾਤਮਾ ਤੋਂ ਵਿਛੋੜ ਕੇ ਉਹਦੇ ਕਈ ਨਾਮਾਂ ਨਾਲ ਜੋੜ ਦਿੱਤਾ, ਪਰ ਅਸੀਂ ਇਹ ਭੁੱਲ ਹੀ ਗਏ ਵੀ ਉਹ ਹੈ ਇੱਕ। ਵੱਖਰੇ ਵੱਖਰੇ ਨਾਮ ਤਾਂ ਆਪਾਂ ਉਹਦੇ ਲੈ ਰਹੇ ਹਾਂ, ਪਰ ਇਹ ਭੁੱਲ ਗਏ ਵੀ ਉਹ ਹੈ ਤਾਂ ਇੱਕੋ ਹੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਅੱਲਾ ਹੈ। ਕਹਿੰਦੇ ਨੇ ਨਾਮ ਵੱਖਰੇ ਨੇ, ਪਰ ਇਹ ਭੁੱਲ ਚੁੱਕੇ ਆ ਵੀ ਉਹ ਹੈ ਇੱਕ ਹੈ। ਇਸ ਲਈ ਦੁਬਿਧਾ ਨੂੰ ਖਤਮ ਕਰਨ ਲਈ ਗੁਰਬਾਣੀ ਦੇ ਅੰਦਰ ਸਾਨੂੰ ਇੱਕ ਨਾਲ ਜੋੜਨ ਲਈ ਆਖਿਆ, ਇੱਕ ਓੰਕਾਰ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਏ। ਦੂਜਾ ਕੋਈ ਨਹੀਂ, ਫਿਰ ਦੁਬਿਧਾ ਵਿੱਚ ਕਿਉਂ? ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਫਿਰ ਦੁਬਿਧਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਇਸ ਦੁਬਿਧਾ ਵਿੱਚ, ਚੱਕਰਵਿਊਹ ਵਿੱਚ ਫਸਿਆ ਹੋਇਆ ਕੋਈ ਹੀ ਨਿਕਲ ਪਾਉਂਦਾ ਹੈ। ਤੇ ਜਿਹੜਾ ਇਸ ਦੁਬਿਧਾ ਨੂੰ ਮਾਰ ਮੁਕਾਏ, ਮਹਾਰਾਜ ਜੀ ਕਹਿੰਦੇ ਅਸਲ ਸੂਰਮਾ ਉਹਨੂੰ ਕਹਿੰਦੇ ਨੇ। ਐਵੇਂ ਨਹੀਂ ਕਿ ਹੱਥ ਵਿੱਚ ਜਿਹੜਾ ਹਥਿਆਰ ਪਕੜ ਕੇ ਕੋਈ ਸੜਕ ਤੇ ਘੁੰਮਦਾ ਫਿਰਦਾ ਹੋਵੇ ਤੇ ਅਸੀਂ ਕਹੀਏ ਬੜਾ ਵੱਡਾ ਸੂਰਮਾ। ਸਭ ਕਹਿੰਦੇ ਸੂਰਮੇ ਦੀ ਸ਼ੁਰੂਆਤ ਹੀ ਮਨ ਤੋਂ ਹੁੰਦੀ ਹੈ, ਭਗਤੀ ਤੋਂ ਹੁੰਦੀ ਹੈ। ਸੂਰਮੇ ਦੇ ਜਿਹੜੇ ਗੁਣ ਨੇ ਉਹ ਸਾਹਿਬ ਨੇ ਦੱਸਿਆ, ਉਹਦੀ ਪਰਿਭਾਸ਼ਾ ਦੱਸੀ ਹੈ। ਸਾਹਿਬ ਜੀ ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਜਦੋਂ ਤੱਕ ਨਾਮ ਦਾ ਰੰਗ ਨਹੀਂ ਲੱਗੇਗਾ, ਤੁਸੀਂ ਦੁਬਿਧਾ ਨੂੰ ਮਾਰ ਹੀ ਨਹੀਂ ਸਕਦੇ।
ਤੁਸੀਂ ਬਿਖਮ ਮਾਰਗ ਤੇ ਚੱਲ ਹੀ ਨਹੀਂ ਸਕਦੇ। ਇਸ ਲਈ ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ। ਬਾਕੀ ਸਾਰੇ ਅਧੂਰੇ ਹੀ ਨੇ। ਜਿਹੜੇ ਦੁਬਿਧਾ ਵਿੱਚ ਪਏ ਹੋਏ ਨੇ ਉਹ ਕਹਿੰਦੇ ਅਸੀਂ ਉਸ ਧੁਰ ਕੀ ਬਾਣੀ ਨੂੰ ਵੀ ਅਸੀਂ ਜਪ ਲਈਏ, ਅਸੀਂ ਤੰਤਰ ਮੰਤਰ ਜੰਤਰ ਵੀ ਨਾਲ ਧਿਆ ਲਈਏ, ਇਹ ਦੁਬਿਧਾ ਹੀ ਹੈ। ਫਿਰ ਉਹ ਕਹਿੰਦੇ ਪੂਰਾ ਨਹੀਂ, ਅਧੂਰਾ ਹੈ। ਜਿਹੜਾ ਅੰਦਰ ਦੀ ਦੁਬਿਧਾ ਨੂੰ ਮਾਰ ਕੇ ਕੋਈ ਵੀ ਸਮਾਂ ਆਵੇ ਦੁੱਖ ਸੁੱਖ ਦਾ, ਉਹ ਇੱਕੋ ਗੱਲ ਕਹਿੰਦਾ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਸਭ ਕੁਝ ਛੱਡ ਕੇ ਹੇ ਮਾਲਕ ਜੀ ਸਿਰਫ ਤੈਨੂੰ ਹੀ ਧਿਆਉਣਾ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ। ਤੇ ਮਾਫ ਕਰਨਾ ਜਿਹੜਾ ਦੁਬਿਧਾ ਵਿੱਚ ਹੁੰਦਾ ਨਾ, ਉਹਦੇ ਮਾਈ ਬਾਪ ਵੀ ਕਈ ਹੁੰਦੇ ਨੇ, ਉਹਦੇ ਮਾਲਕ ਵੀ ਕਈ ਹੁੰਦੇ ਨੇ। ਉਹ ਇੱਕ ਨੂੰ ਛੱਡ ਕੇ ਪਤਾ ਨਹੀਂ ਫਿਰ ਕਿੰਨਿਆਂ ਨੂੰ ਧਿਆਉਂਦਾ ਹੈ। ਪਰ ਜਿਹੜਾ ਇੱਕ ਨਾਲ ਜੁੜ ਜਾਏ ਉਹਦਾ ਫਿਰ ਮਾਈ ਬਾਪ ਵੀ ਇੱਕ ਹੀ ਹੁੰਦਾ ਹੈ, ਉਹਦੇ ਫਿਰ ਬਹੁਤੇ ਮਾਈ ਬਾਪ ਨਹੀਂ ਹੁੰਦੇ। ਉਹ ਕਹਿੰਦੇ ਮੈਂ ਸਭ ਕੁਝ ਛੱਡ ਕੇ ਹੇ ਮਾਲਕ ਜੀ ਸਿਰਫ ਤੇ ਸਿਰਫ ਤੈਨੂੰ ਧਿਆਉਣਾ, ਕਿਉਂਕਿ ਉਹ ਅਧੂਰਾ ਨਹੀਂ, ਹੁਣ ਪੂਰਾ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਆਖਰੇ ਨੇ ਅੰਮ੍ਰਿਤ ਬਾਣੀ ਵਿੱਚ, ਸਾਹਿਬ ਕਹਿੰਦੇ ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ, ਜੋ ਇਸ ਮਾਰੈ ਤਿਸੇ ਵਡਿਆਈ। ਵਡਿਆਈ ਵੀ ਉਹਨੂੰ ਮਿਲਣੀ ਹੈ ਜਿਹਨੇ ਇਸ ਦੁਬਿਧਾ ਨੂੰ ਮਾਰ ਦਿੱਤਾ। ਜੋ ਇਸ ਮਾਰੈ ਤਿਸ ਦੁਖ ਜਾਈ, ਉਹਦਾ ਦੁੱਖ ਸਦਾ ਲਈ ਚਲਾ ਜਾਂਦਾ ਹੈ। ਤਿਸ ਕਾ ਦੁੱਖ ਜਾਈ, ਉਹਦਾ ਸਦਾ ਲਈ ਦੁੱਖ ਜੀਵਨ ਵਿੱਚੋਂ ਨਿਕਲ। ਅਸਲ ਵਿੱਚ ਸਾਡੇ ਦੁੱਖ ਦਾ ਕਾਰਨ ਹੈ ਅਸੀਂ ਦੁਬਿਧਾ ਵਿੱਚ ਪੈ ਗਏ। ਇੱਕ ਰਸਤੇ ਤੇ ਅਸੀਂ ਬੜੇ ਆਰਾਮ ਨਾਲ ਖੁਸ਼ ਪ੍ਰਸੰਨ ਹੋ ਕੇ ਜਾ ਰਹੇ ਸੀ, ਅੱਗੇ ਜਾ ਕੇ ਦੋ ਰਸਤੇ ਆ ਗਏ, ਦੂਜੇ ਰਸਤੇ ਪੈ ਗਏ, ਭਟਕ ਗਏ, ਗੁੰਮਰਾਹ ਹੋ ਗਏ, ਪਰੇਸ਼ਾਨੀ ਆ ਗਈ, ਦੁੱਖ ਆ ਗਿਆ। ਇੱਕ ਰਸਤੇ ਤੇ ਤੁਰ ਰਹੇ ਸੀ, ਨਾ ਕੋਈ ਪਰੇਸ਼ਾਨੀ ਤੇ ਨਾ ਕੋਈ ਦੁੱਖ ਤਕਲੀਫ ਸੀ, ਪਰ ਜਦੋਂ ਹੀ ਦੂਜੇ ਰਸਤੇ ਤੇ ਆਏ ਦੁੱਖ ਵੀ ਆ ਗਿਆ, ਚਿੰਤਾਵਾਂ ਵੀ ਆ ਗਈਆਂ, ਪਰੇਸ਼ਾਨੀਆਂ ਵੀ ਆ ਗਈਆਂ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਦੁਬਿਧਾ ਨੂੰ ਮਾਰ ਦੇਗਾ ਉਹਦੇ ਜੀਵਨ ਵਿੱਚੋਂ ਸਦਾ ਲਈ ਦੁੱਖ ਚਲਾ ਜਾਏਗਾ। ਪਰ ਐਸਾ ਕੋਈ ਵਿਰਲਾ ਹੈ ਜਿਹੜਾ ਇਸ ਦੁਬਿਧਾ ਨੂੰ ਮਾਰ ਮੁਕਾਏ। ਸਾਹਿਬ ਕਹਿੰਦੇ ਸਾਰੇ ਨਹੀਂ, ਕੋਈ ਵਿਰਲਾ ਹੀ ਹੁੰਦਾ ਹੈ, ਕਿਉਂਕਿ ਕਬੀਰ ਸਾਹਿਬ ਜੀ ਕਹਿ ਰਹੇ ਨੇ ਇਹ ਆਬੱਧ ਜਿਹਦਾ ਬੱਧ ਨਹੀਂ ਕੀਤਾ ਜਾ ਸਕਦਾ, ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਬੜਾ ਔਖਾ ਹੈ ਦੁਬਿਧਾ ਵਿੱਚੋਂ ਨਿਕਲਣਾ, ਪਰ ਅਸੀਂ ਗੁਰੂ ਸਾਹਿਬ ਤੋਂ ਬਲਿਹਾਰੇ ਜਾਈਏ ਜੋ ਸਾਨੂੰ ਗੁਰਬਾਣੀ ਰਾਹੀਂ ਦੁਬਿਧਾ ਵਿੱਚੋਂ ਕੱਢਦੇ ਨੇ। ਕਬੀਰ ਧਰਤੀ ਅਰ ਆਕਾਸ਼ ਮਹਿ ਦੋਏ ਤੂੰ ਬਰੀ ਅਬੱਧ। ਤੂੰ ਦਾ ਅਰਥ ਕਬੀਰ ਜੀ ਇਸ ਜਿਹੜੀ ਦੁਬਿਧਾ ਹੈ ਨਾ, ਮਾਇਆ ਰੂਪੀ ਸੰਸਾਰ ਰੂਪੀ, ਇਹਨੂੰ ਕਹਿ ਰਹੇ ਨੇ ਤੂੰ। ਕਹਿਣ ਲੱਗੇ ਹੇ ਦੁਬਿਧਾ ਤੂੰ ਜਿਹੜੀ ਹੈ ਅਬੱਧ ਹੈ, ਤੇਰਾ ਬੱਧ, ਤੇਰਾ ਨਾਸ਼ ਨਹੀਂ ਕੀਤਾ ਜਾ ਸਕਦਾ। ਤੇਰਾ ਨਾਸ਼ ਕਰਨਾ ਇਸ ਸੰਸਾਰ ਦੇ ਲੋਕਾਂ ਦੇ ਵੱਸ ਵਿੱਚ ਨਹੀਂ। ਕੋਈ ਵਿਰਲਾ ਹੀ ਹੈ ਜਿਹੜਾ ਗਿਆਨ ਲੈ ਕੇ ਤੇਰਾ ਨਾਸ਼ ਕਰ ਸਕਦਾ ਹੈ, ਤੇਰਾ ਬੱਧ ਕਰ ਸਕਦਾ ਹੈ। ਦੋਏ ਤੂੰ ਬਰੀ ਅਬੱਧ ਖਟ ਦਰਸ਼ਨ ਸੰਸੈ ਪਰੇ ਅਰ 84 ਸਿੱਧ। ਕਿਉਂ ਕਹਿ ਰਹੇ ਨੇ ਕਿ ਤੂੰ ਬਰੀ ਅਬੱਧ, ਤੂੰ ਬਹੁਤ ਵੱਡੀ ਦੁਬਿਧਾ, ਤੇਰਾ ਤੂੰ ਬਹੁਤ ਵੱਡਾ ਵਿਸ਼ਾਲ ਰੂਪ ਧਾਰ ਲਿਆ, ਤੇਰਾ ਨਾਸ਼ ਕਰਨਾ ਬੜਾ ਹੀ ਔਖਾ ਹੈ। ਕਿਉਂ? ਕਿਉਂਕਿ ਕਬੀਰ ਜੀ ਕਹਿੰਦੇ ਮੈਂ ਧਰਮੀ ਲੋਕ ਵੀ ਵੇਖਦਾ, ਉਹ ਵੀ ਦੁਬਿਧਾ ਵਿੱਚ ਹੀ ਪਏ ਹੋਏ ਨੇ। ਚਲੋ ਸੰਸਾਰੀ ਤਾਂ ਪਏ ਹੀ ਹੋਏ ਨੇ, ਪਰ ਜਿਹੜੇ ਧਰਮੀ ਲੋਕ ਨੇ, ਹੈਰਾਨ ਵਾਲੀ ਗੱਲ, ਇਹ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਧਰਮੀ ਲੋਕ ਨੇ ਉਹ ਵੀ ਦੁਬਿਧਾ ਵਿੱਚ ਪਏ ਨੇ, ਉਹ ਵੀ ਦੁਬਿਧਾ ਵਿੱਚ ਫਸੇ। ਕਿਉਂ? ਕਿਉਂਕਿ ਇਸ ਦੁਬਿਧਾ ਵਿੱਚੋਂ ਨਿਕਲਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਖਟ ਦਰਸ਼ਨ, ਜਿਹੜੇ ਸਾਧੂਆਂ ਦੇ 6 ਦਰਸ਼ਨ ਨੇ, 6 ਭੇਖ ਨੇ ਉਹਨਾਂ ਦੇ। ਕਹਿੰਦੇ ਮੈਂ ਇਹ 6 ਭੇਖ ਵੀ ਵੇਖੇ ਨੇ ਧਰਮੀਆਂ ਦੇ, ਤੇ ਜਿਹੜੇ 6 ਦੇ 6 ਪਰ ਦਰਸ਼ਨ ਭੇਖ ਵੇਖੇ ਨੇ ਨਾ ਸਾਧੂਆਂ ਦੇ, ਕਹਿੰਦੇ ਉਹ ਵੀ ਦੁਬਿਧਾ ਵਿੱਚ ਹੀ ਪਏ ਹੋਏ ਨੇ, ਉਹ ਵੀ ਦੁਬਿਧਾ ਵਿੱਚ ਹੀ ਫਸੇ ਪਏ ਨੇ। ਅਰ 84 ਸਿੱਧ,
ਤੇ ਜਿਹੜੇ 84 ਆਪਣੇ ਆਪ ਨੂੰ ਸਿੱਧ ਕਹਾਉਣ ਵਾਲੇ ਨੇ ਨਾ ਵੀ ਅਸੀਂ ਯੋਗ ਸਾਧਨਾ ਵਿੱਚ ਸਫਲ ਹੋ ਗਏ, ਅਸੀਂ ਯੋਗ ਸਾਧਨਾ ਕਰ ਕਰਕੇ ਅਸੀਂ ਪੁੱਗੇ ਸਿੱਧ ਹੋ ਗਏ, ਅਸੀਂ ਸਫਲ ਹੋ ਗਏ। ਤੇ ਕਬੀਰ ਜੀ ਕਹਿੰਦੇ ਮੈਂ ਇਹ 84 ਸਿੱਧ ਵੀ ਵੇਖੇ ਨੇ, ਇਹ ਕਾਮਯਾਬ ਨਹੀਂ ਹੋਏ, ਦੁਬਦਾ ਵਿੱਚ ਤਾਂ ਇਹ ਵੀ ਪਏ ਹੋਏ ਨੇ। ਤਨ ਕਰਕੇ ਭਾਵੇਂ ਧਰਮੀ ਹੋ ਗਏ ਪਰ ਮਨ ਕਰਕੇ ਹਜੇ ਧਰਮੀ ਇਹ ਵੀ ਨਹੀਂ ਹੋਏ। ਜਿੰਨੇ ਵੀ ਧਰਮ ਦਾ ਲਿਬਾਸ ਪਾ ਕੇ ਸਾਨੂੰ ਬਾਹਰੋਂ ਦਿਸਦੇ ਧਰਮੀ ਲੋਕ ਨੇ, ਪਰ ਬਹੁਤਾਤ ਵਿੱਚ ਵੇਖੋਗੇ ਤਾਂ ਅੰਦਰ ਦੁਬਦਾ ਵਿੱਚ ਫਸੇ ਹੋਏ ਨੇ। ਧਰਮੀ ਲੋਕ ਜਿਹੜੇ ਨੇ, ਹੁਣ ਦੇਖੋ ਕਰਮ ਕਾਂਡ ਦਾ ਇੰਨਾ ਬੋਲਬਾਲਾ ਕਿਉਂ ਹੈ? ਵਹਿਮ ਭਰਮ ਜਿਹੜਾ ਉਹ ਕਿੱਥੇ ਪਾਇਆ ਜਾਂਦਾ ਹੈ? ਅਕਸਰ ਧਰਮ ਦੀ ਦੁਨੀਆ 'ਚ ਹੀ ਵਹਿਮ ਭਰਮ ਵੇਖਣ ਨੂੰ ਮਿਲਦਾ ਹੈ। ਧਰਮ ਦੀ ਦੁਨੀਆ 'ਚ ਹੀ ਕਰਮ ਕਾਂਡ ਵੇਖਣ ਨੂੰ ਮਿਲਦੇ ਨੇ। ਇਹਦਾ ਮਤਲਬ ਕਬੀਰ ਜੀ ਕਹਿੰਦੇ ਇਸ ਦੁਬਦਾ ਨੇ ਤਾਂ ਧਰਮੀ ਲੋਕਾਂ ਨੂੰ ਵੀ ਨਾ ਛੱਡਿਆ, ਬਾਹਰੋਂ ਤਾਂ ਧਰਮੀ ਹੋ ਗਏ ਪਰ ਦੁਬਦਾ ਤਾਂ ਮਨ ਵਿੱਚ ਬਣੀ ਹੋਈ ਸੀ। ਇੱਥੇ ਇੱਕ ਗੱਲ ਹੋਰ ਸਮਝ ਲੈਣਾ ਕਿ ਧਰਮ ਮਨ ਨੇ ਅਪਣਾਉਣਾ, ਸਰੀਰ ਨੇ ਨਹੀਂ। ਆ ਤਾਂ ਇੱਕ ਵਰਦੀ ਹੈ ਸਾਡੇ ਧਰਮ ਦੀ, ਸਾਡੇ ਸਕੂਲ ਦੀ, ਹਰ ਇੱਕ ਸਕੂਲ ਦੀ ਆਪਣੀ ਆਪਣੀ ਵਰਦੀ ਹੈ। ਹਰ ਇੱਕ ਨੇ ਆਪਣੀ ਆਪਣੀ ਵਰਦੀ ਦਾ ਜਿਹੜਾ ਉਹ ਡਿਜ਼ਾਈਨ, ਰੰਗ ਵੱਖਰਾ ਵੱਖਰਾ ਰੱਖਿਆ ਹੋਇਆ ਹੈ, ਪਰ ਧਰਮ ਜਿਹੜਾ ਕਮਾਉਣਾ ਉਸ ਮਨ ਨੇ ਹੈ। ਸਾਨੂੰ ਗੁਰੂ ਸਾਹਿਬ ਨੇ 5 ਕਕਾਰਾਂ ਦੀ ਵਰਦੀ ਪਹਿਨਾਈ ਹੈ ਵੀ ਆਹ ਤੇਰੀ ਵਰਦੀ ਹੈ। ਇਸ ਵਰਦੀ ਨੂੰ ਤੂੰ ਪਹਿਨ ਕੇ ਰੱਖਿਆ ਕਰੇਗਾ ਤੇ ਪਤਾ ਲੱਗੇਗਾ ਵੀ ਇਹ ਗੁਰੂ ਦਾ ਸਿੱਖ ਹੈ। ਪਰ ਸਾਹਿਬ ਕਹਿੰਦੇ ਜੇ ਕੱਲਾ ਤੂੰ ਬਾਹਰੋਂ ਇਹ 5 ਕਕਾਰਤਾ ਧਾਰਨ ਕਰ ਲਏ ਤੇ ਮਨ ਅੰਦਰ ਦੁਬਦਾ ਵਿੱਚ ਫਸਿਆ ਰਿਹਾ ਤੇ ਤੂੰ ਧਰਮੀ ਤਾਂ ਬਣ ਹੀ ਨਹੀਂ ਸਕਿਆ। ਧਰਮੀ ਮਨ ਨੇ ਬਣਨਾ। ਆਪਣੇ ਮਨ ਵਿੱਚ ਧਰਮ ਦੇ ਗੁਣ ਪੈਦਾ ਕਰ। ਜਦੋਂ ਮਨ ਵਿੱਚ ਧਰਮ ਦੇ ਗੁਣ ਪੈਦਾ ਕਰੇਗਾ ਫਿਰ ਸੱਚ ਜਾਣੀ ਤੇਰੇ ਅੰਦਰ ਕੋਈ ਦੁਬਦਾ ਪੈਦਾ ਨਹੀਂ ਕਰ ਸਕਦਾ, ਕੋਈ ਗਲਤ ਫਹਿਮੀ ਤੇਰੇ ਅੰਦਰ ਪੈਦਾ ਨਹੀਂ ਕਰ ਸਕਦਾ। ਨਾ ਹੀ ਤੂੰ ਕਿਸੇ ਦੀਆਂ ਗੱਲਾਂ ਵਿੱਚ ਆਏਗਾ, ਨਾ ਹੀ ਤੈਨੂੰ ਆਪਣੇ ਮਗਰ ਕੋਈ ਲਾ ਕੇ ਤੈਨੂੰ ਕਿਤੇ ਲੈ ਜਾਏਗਾ। ਇਸ ਲਈ ਕਬੀਰ ਸਾਹਿਬ ਕਹਿੰਦੇ ਆ ਮੈਂ 6 ਜਿਹੜੇ ਸਾਧੂਆਂ ਦੇ ਭੇਖ ਨੇ ਉਹ ਵੀ ਵੇਖੇ ਨੇ ਤੇ 84 ਸਿੱਧ ਵੀ ਵੇਖੇ ਨੇ, ਜਿਹੜੇ ਵੱਖਰੇ ਵੱਖਰੇ ਆਸਣ ਲਾਉਣ ਵਾਲੇ ਨੇ ਉਹਨਾਂ ਨੂੰ ਵੀ ਮੈਂ ਵੇਖਿਆ, ਉਹ ਵੀ ਸੰਸਾ ਵਿੱਚ ਪਏ ਹੋਏ ਨੇ। ਉਹਨਾਂ ਦੇ ਮਨ ਵਿੱਚ ਵੀ ਬੜੀਆਂ ਸ਼ੰਕਾਵਾਂ। ਜਿਹੜਾ ਇੱਕ ਨਾਲ ਜੁੜ ਜਾਏ ਉਹਦੀ ਕੋਈ ਸ਼ੰਕਾ ਰਹਿ ਹੀ ਨਹੀਂ ਜਾਂਦੀ। ਜਿਹੜਾ ਇੱਕ ਨਾਲ ਜੁੜ ਜਾਏ ਉਹ ਫਿਰ ਸ਼ੰਕਾ ਮਨ ਵਿੱਚ ਕਰਦਾ ਹੀ ਨਹੀਂ, ਉਹ ਤਾਂ ਭਰੋਸਾ ਕਰਦਾ ਹੈ। ਉਹਦੇ ਵਿੱਚ ਸ਼ਰਧਾ ਹੁੰਦੀ ਹੈ, ਭਰੋਸਾ ਹੁੰਦੀ ਹੈ, ਪਰ ਉਹਦੇ ਮਨ ਵਿੱਚ ਸ਼ੰਕਾ ਨਹੀਂ ਹੁੰਦੀ, ਕਿਉਂਕਿ ਇਹ ਦੁਬਦਾ ਦਾ ਕਾਰਨ ਦੂਜਾ ਮਨ ਵਿੱਚ ਸ਼ੰਕਾ। ਇਸ ਲਈ ਕਹਿ ਰਹੇ ਨੇ ਕਿ ਮੈਂ ਇਹ ਸਿੱਧ ਔਰ ਤਰ੍ਹਾਂ ਤਰ੍ਹਾਂ ਦੇ ਧਰਮ ਦੇ ਭੇਖੀ ਲੋਕ ਵੇਖੇ ਨੇ ਜਿਨ੍ਹਾਂ ਵਿੱਚੋਂ ਦੁਬਦਾ ਮੁੱਕੀ ਨਹੀਂ। ਉਹ ਦੁਬਦਾ ਵਿੱਚ ਫਸੇ ਹੋਏ ਆਪਣਾ ਜੀਵਨ ਜਿਹੜਾ ਉਹ ਗਵਾ ਜਾਂਦੇ ਹਨ। ਕਬੀਰ ਮੇਰਾ ਮੁਝ ਮਹਿ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਆਰੰਭ ਵਿੱਚ ਆਪ ਜੀ ਨਾਲ ਇੱਕ ਸਾਂਝ ਪਾਈ ਸੀ ਕਿ ਜਦੋਂ ਅਸੀਂ ਕਿਸੇ ਨੂੰ ਸਮਝਾਵਾਂਗੇ ਉਹ ਉਲਟਾ ਵਾਰ ਸਾਡੇ ਤੇ ਕਰੇਗਾ। ਉਹ ਕਹੇਗਾ ਵੀ ਤੂੰ ਆਪ ਦੱਸ ਤੂੰ ਕਿੰਨੇ ਕੁ ਪਾਣੀ ਵਿੱਚ ਹੈ, ਤੂੰ ਮੈਨੂੰ ਕਹਿ ਰਿਹਾ ਵੀ ਡੁੱਬਦਾ। ਹੁਣ ਸਿੱਧਾਂ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਤੇ ਸਿੱਧ ਕਿੱਥੇ ਸਮਝਦੇ ਸੀ? ਕਿੰਨੀ ਵਿਚਾਰ ਹੋਈ, ਕਿੰਨੇ ਸਵਾਲ ਜਵਾਬ ਜਿਹੜੇ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿੱਧ ਗੋਸ਼ਟ ਦੀ ਬਾਣੀ ਪੜ੍ਹ ਕੇ ਵੇਖੋ, ਕਿੰਨੇ ਜੋਗੀਆਂ ਨੇ ਸਵਾਲ ਕੀਤੇ, ਕਿੰਨੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤੇ। ਇਸੇ ਤਰ੍ਹਾਂ ਕਬੀਰ ਜੀ ਜਦੋਂ ਉਹਨਾਂ ਧਰਮੀ ਲੋਕਾਂ ਨੂੰ ਕਹਿੰਦੇ ਨੇ ਵੀ ਤੁਸੀਂ ਸਿੱਧ ਤਾਂ ਹੋ ਗਏ, ਜੋਗੀ ਤਾਂ ਹੋ ਗਏ, ਤੁਸੀਂ ਧਰਮੀ ਤਾਂ ਹੋ ਗਏ, ਪਰ ਦੁਬਦਾ ਵਿੱਚੋਂ ਤਾਂ ਨਿਕਲ ਨਹੀਂ ਸਕੇ। ਦੁਬਦਾ ਵਿੱਚ ਪਏ ਹੋਏ ਹਜੇ ਵੀ ਤੁਸੀਂ ਇਸ ਬਾਹਰ ਦੇ ਕਰਮਕਾਂਡ ਪਾਖੰਡ ਨਾਲ ਹੀ ਤੁਸੀਂ ਜੁੜੇ ਹੋਏ ਹੋ। ਤੁਸੀਂ ਇਹਦੇ ਵਿੱਚੋਂ ਦੀ ਨਿਕਲਣਾ ਸੀ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ। ਤੁਸੀਂ ਧਰਮ ਦੇ ਨਾਮ ਤੇ ਪਾਖੰਡ ਕੀਤਾ ਹੈ। ਹੁਣ ਜਦੋਂ ਸਮਝਾਇਆ ਤੇ ਉਹਨੂੰ ਜਿਹੜਾ ਸਮਝਾਉਣ ਵਾਲਾ ਸੀ ਉਹਨੂੰ ਆਖਿਆ ਤੂੰ ਆਪਣੇ ਬਾਰੇ ਦੱਸ, ਤੂੰ ਕਿੰਨੀ ਕੁ ਦੁਬਦਾ ਆਪਣੇ ਅੰਦਰੋਂ ਮੁਕਾਈ। ਜਦੋਂ ਕਬੀਰ ਜੀ ਨੇ ਸਮਝਾਇਆ ਤੇ ਕਬੀਰ ਜੀ ਨੂੰ ਅੱਗੋਂ ਸਵਾਲ ਕੀਤਾ ਵੀ ਤੁਹਾਡੇ ਅੰਦਰ ਕਿੰਨੀ ਕੁ ਦੁਬਦਾ ਖਤਮ ਹੋ ਗਈ।
ਤੇ ਕਬੀਰ ਸਾਹਿਬ ਜੀ ਕਹਿੰਦੇ ਜੇ ਮੇਰੇ ਬਾਰੇ ਪੁੱਛਦੇ ਹੋ ਨਾ ਤੇ ਮੇਰੀ ਅਵਸਥਾ ਇਹ ਹੈ ਕਿ ਜਿਹੜੀ ਆ ਮੇਰ ਤੇਰ ਵਾਲੀ ਦੁਬਦਾ ਸੀ ਇਹ ਖਤਮ ਹੋ ਗਈ। ਮੇਰਾ ਤੇ ਤੇਰਾ। ਹੁਣ ਜੇ ਮੇਰ ਤੇਰ ਆਵੇ ਤੇ ਅਸੀਂ ਕਿੱਥੇ ਕਹਿੰਦੇ ਆ ਰੱਬ ਜੀ ਇਹ ਤੇਰਾ? ਅਸੀਂ ਤੇ ਕਹਿੰਦੇ ਹੀ ਨਹੀਂ। ਅਸੀਂ ਤੇ ਹਰ ਥਾਂ ਤੇ ਕਹਿੰਦੇ ਆ ਮੇਰਾ 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 ਮੇਰਾ। ਕੋਈ ਥਾਂ ਛੱਡੀ ਹੈ ਜਿੱਥੇ ਬੰਦਾ ਕਹਿੰਦਾ ਇਹ ਮੇਰਾ ਨਹੀਂ? ਹਰ ਥਾਂ ਤੇ ਬੰਦਾ ਕਹਿੰਦਾ ਵੀ ਮੇਰਾ ਮੇਰਾ। ਇਹੀ ਤੇ ਦੁਬਦਾ ਹੈ, ਇਹੀ ਤੇ ਭਰਮ ਹੈ ਜਿਹੜਾ ਸਾਡੇ ਅੰਦਰ ਮੇਰ ਤੇਰ ਦਾ ਬਣਿਆ ਹੋਇਆ। ਅਸੀਂ ਇਸ ਮੈਂ ਨੂੰ ਅੰਦਰੋਂ ਦੀ ਮੁਕਾਉਣਾ ਹੈ। ਜਦੋਂ ਸਾਡੇ ਅੰਦਰੋਂ ਇਹ ਮੇਰਾ ਇਹ ਮੈਂ ਖਤਮ ਹੋ ਜਾਏ ਤੇ ਇੱਕੋ ਹੀ ਅੰਦਰੋਂ ਆਵਾਜ਼ ਆਏਗੀ ਕਿ ਤੇਰਾ ਤੂੰ ਹੀ। ਇਹ ਆਵਾਜ਼ ਆਏਗੀ। ਪਰ ਤੇਰਾ ਤੂੰ ਹੀ ਆਵਾਜ਼ ਕਿੱਥੇ ਆਉਂਦੀ ਹੈ? ਆਵਾਜ਼ ਤੇ ਆਉਂਦੀ ਹੈ ਮੇਰਾ ਮੈਂ। ਅੰਦਰੋਂ ਤਾਂ ਹੂੰ ਦੀ ਆਵਾਜ਼ ਆਉਂਦੀ ਹੈ ਵੀ ਬਸ ਮੈਂ ਹੀ ਹਾਂ, ਮੇਰੇ ਕੋਲ ਹੀ ਸਾਰੀ ਪਾਵਰ ਹੈ, ਜੋ ਮੈਂ ਕਰਾਂਗਾ ਉਹੀ ਕੁਝ ਸਭ ਹੋਵੇਗਾ। ਤੇ ਇਹ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਦੁਬਦਾ ਖਤਮ ਕੀਤੀ। ਕਹਿੰਦੇ ਜਦੋਂ ਤੱਕ ਮੇਰਾ ਮੇਰਾ ਕਰਦਾ ਰਹੇਗਾ ਫਿਰ ਜੰਮਣ ਮਰਨ ਵਿੱਚ ਪਿਆ ਰਹੇਗਾ। ਇੱਧਰੋਂ ਮਰਨ ਦੇ ਕਿਨਾਰੇ ਤੇ ਪਿਆ ਹੋਵੇਂ ਤੇ ਉਧਰੋਂ ਫਿਰ ਵੀ ਕਹੀ ਜਾਏ ਮੇਰਾ ਮੇਰਾ ਮੇਰਾ। ਭਗਤ ਜੀ ਨੇ ਜ਼ਿਕਰ ਕੀਤਾ ਨਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਕਹਿੰਦੇ ਉਧਰੋਂ ਪ੍ਰਾਣ ਨਿਕਲਣ ਨੂੰ ਫਿਰਦੇ ਨੇ, ਇਧਰੋਂ ਹਜੇ ਵੀ ਮੇਰਾ ਮੇਰਾ ਕਰੀ ਜਾਂਦਾ ਹੈ। ਹਜੇ ਵੀ ਇਸ ਦੁਬਦਾ ਦੀ ਜ਼ਹਿਰ ਸੱਪ ਦਾ ਸਰਪ ਦਾ ਅਰਥ ਹੁੰਦਾ ਸੱਪ ਵਿੱਚ ਕੀ ਹੁੰਦੀ ਹੈ ਜ਼ਹਿਰ। ਕਹਿੰਦੇ ਹਜੇ ਵੀ ਤੇਰੀ ਅਵਸਥਾ ਅੰਦਰ ਜ਼ਹਿਰੀਲੀ ਹੈ ਕਿਉਂਕਿ ਤੂੰ ਜ਼ਹਿਰ ਨਾਲ ਭਰਿਆ। ਨਹੀਂ, ਹਜੇ ਵੀ ਤੂੰ ਅੰਦਰ ਜ਼ਹਿਰ ਹੀ ਜਿਹੜੀ ਭਰੀ ਬੈਠਾ ਹੋਇਆ ਜਿਹਦੇ ਕਰਕੇ ਮੈਂ ਅੰਦਰੋਂ ਨਿਕਲ ਹੀ ਨਹੀਂ ਰਹੀ। ਕਬੀਰ ਜੀ ਕਹਿੰਦੇ ਜੇ ਮੇਰੇ ਬਾਰੇ ਤੁਸੀਂ ਪੁੱਛਦੇ ਹੋ ਨਾ ਤੇ ਮੈਂ ਆਪਣੀ ਅਵਸਥਾ ਤੁਹਾਨੂੰ ਦੱਸਦਾ। ਕਬੀਰ ਮੇਰਾ ਮੁਝ ਮੈਂ ਹੈ ਕਿਛ ਨਹੀਂ। ਮੇਰਾ ਤੇ ਮੇਰੇ ਵਿੱਚ ਹੈ ਹੀ ਕੁਛ ਵੀ ਨਹੀਂ। ਜੇ ਮੈਂ ਆਪਣੇ ਵੱਲ ਵੇਖਾਂ ਤਾਂ ਆਹ ਸਰੀਰ ਕਿਤੇ ਮੇਰਾ ਹੈ ਨਹੀਂ, ਇਹ ਤਾਂ ਉਸ ਮਾਲਕ ਦਾ ਦਿੱਤਾ ਹੈ। ਜੇ ਕਮਾਂ ਵੀ ਅੱਖਾਂ ਮੇਰੀਆਂ ਨੇ, ਕੰਨ ਮੇਰੇ, ਜ਼ੁਬਾਨ ਮੇਰੇ ਨੇ, ਹੱਥ ਮੇਰੇ ਨੇ, ਪੈਰ ਮੇਰੇ ਨੇ, ਕਹਿਣ ਲੱਗੇ ਵੀ ਇਹ ਮੇਰਾ ਭਰਮ ਹੋਏਗਾ। ਕਿਉਂਕਿ ਇਹ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਇਹ ਜਿੰਦ ਔਰ ਪਿੰਡ ਨੂੰ ਸਾਜਣ ਵਾਲਾ ਤੇ ਇੱਕੋ ਹੀ ਸਿਰਜਣਹਾਰ ਪਰਮੇਸ਼ਵਰ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ। ਉਹ ਦੁੱਖ ਸੁਖ ਕਦੋਂ ਸੁਣੇਗਾ? ਜਦੋਂ ਅਸੀਂ ਦੁਬਦਾ ਵਿੱਚੋਂ ਨਿਕਲ ਕੇ ਇੱਕ ਨਾਲ ਜੁੜਾਂਗੇ। ਜਦੋਂ ਸਾਨੂੰ ਆਪਣੇ ਆਪ ਤੇ ਮਾਣ ਭਰੋਸਾ ਨਹੀਂ, ਸਾਨੂੰ ਉਸ ਮਾਲਕ ਤੇ ਭਰੋਸਾ ਹੋਏਗਾ। ਹੁਣ ਬੰਦੇ ਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਹੀ ਤੇ ਦੁੱਖ ਨੇ। ਇਹ ਜਿੰਨੇ ਵੀ ਦੁੱਖ ਇਕੱਠੇ ਕੀਤੇ ਨੇ ਇਹ ਸਾਡੀ ਮੈਂ ਸਾਡੇ ਅੰਦਰ ਦੇ ਹੰਕਾਰ ਨੇ ਕੀਤੇ ਨੇ। ਤੇ ਜਦੋਂ ਅੰਦਰ ਮੈਂ ਆ ਗਈ ਉਦੋਂ ਅਸੀਂ ਕਹਿੰਦੇ ਰੱਬ ਜੀ ਤੇਰਾ ਕੀ ਹੈ? ਸਭ ਕੁਝ ਤਾਂ ਮੇਰਾ ਹੀ ਹੈ। ਇੱਕ ਦਿਨ ਬੱਚਾ ਵੱਡਾ ਹੋ ਗਿਆ, 4 ਪੈਸੇ ਕਮਾਉਣ ਲੱਗ ਪਿਆ, ਘਰ-ਬਾਰ ਸੋਹਣਾ ਬਣ ਗਿਆ, ਧਨ ਦੌਲਤ ਬੇਸ਼ੁਮਾਰ ਇਕੱਠੀ ਹੋ ਗਈ। ਤੇ ਇੱਕ ਦਿਨ ਫਿਰ ਮਾਪਿਆਂ ਨੂੰ ਕਹਿੰਦਾ, ਮਾਂ-ਬਾਪ ਨੂੰ, ਕਿ ਇਹ ਸਾਰਾ ਕੁਝ ਤਾਂ ਮੇਰਾ ਹੀ ਹੈ, ਤੁਸੀਂ ਕੀ ਦਿੱਤਾ ਮੈਨੂੰ? ਤੁਹਾਡਾ ਕੀ ਹੈ? ਤੁਹਾਡਾ ਕੁਝ ਵੀ ਨਹੀਂ, ਇਹ ਸਾਰਾ ਕੁਝ ਮੇਰਾ ਹੀ ਬਣਾਇਆ ਹੋਇਆ। ਪਰ ਮਾਂ-ਬਾਪ ਵੀ ਹੱਸਦੇ ਨੇ, ਬੱਚਿਆ ਜੇ ਤੈਨੂੰ ਅਸੀਂ ਜਨਮ ਹੀ ਨਾ ਦਿੰਦੇ ਤੇ ਇਹ ਸਾਰਾ ਕੁਝ ਤੇਰਾ ਕਿੱਥੋਂ ਹੋ ਜਾਣਾ ਸੀ? ਜੇ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖ ਕੇ ਤੈਨੂੰ ਪਾਲਿਆ ਹੀ ਨਾ ਹੁੰਦਾ ਤੇ ਆ ਸਾਰਾ ਕੁਝ ਤੇਰਾ ਕਿੱਥੋਂ ਹੋ ਜਾਣਾ ਸੀ? ਪਰ ਅੱਜ ਬੱਚਾ ਕਹਿੰਦਾ ਮਾਪਿਆਂ ਨੂੰ ਤੁਹਾਡਾ ਕੀ ਹੈ? ਇਹ ਸਾਰਾ ਕੁਝ ਤੇ ਮੇਰਾ ਹੀ ਕਮਾਇਆ ਹੋਇਆ। ਤੇ ਜੇ ਮਾਂ ਨਾ ਪਾਲਦੀ, ਨਾ ਮਾਂ-ਬਾਪ ਪਾਲ ਕੇ ਵੱਡਾ ਕਰਦੇ ਤੇ ਅੱਜ ਇਸ ਮੁਕਾਮ ਤੇ ਕਿਵੇਂ ਪਹੁੰਚ ਜਾਂਦਾ? ਪਰ ਉਹ ਸਭ ਕੁਝ ਭੁਲਾ ਕੇ ਮੇਰਾ ਮੇਰਾ ਕਰਨ ਲੱਗ ਕੇ ਕਹਿਣ ਲੱਗਾ ਤੇਰਾ ਕੀ ਹੈ? ਸਭ ਕੁਝ ਤਾਂ ਮੇਰਾ ਹੀ ਹੈ। ਇਹੀ ਹਾਲਤ ਸਾਡੀ ਅਕਾਲ ਪੁਰਖ ਪਰਮੇਸ਼ਵਰ ਨਾਲ ਹੈ ਕਿ ਅਸੀਂ ਕਹਿੰਦੇ ਰੱਬ ਜੀ ਤੁਸੀਂ ਸਾਨੂੰ ਦਿੱਤਾ ਹੀ ਕੀ ਹੈ? ਕੀ ਦਿੱਤਾ ਹੈ ਸਾਨੂੰ ਤੁਸੀਂ? ਸਭ ਕੁਝ ਤੇ ਮੇਰਾ ਹੈ। ਤੇ ਜਦੋਂ ਕੋਈ ਪੁੱਛੇ ਵੀ ਆ ਤੇਰੀਆਂ ਅੱਖਾਂ ਤੇਰੀਆਂ ਨੇ, ਉਹ ਕਹਿੰਦਾ ਹਾਂ, ਤੇ ਇਸ ਅੱਖਾਂ ਵਿੱਚ ਰੋਸ਼ਨੀ ਤੇਰੀ ਹੈ।
ਜੇ ਉਹ ਅੱਖਾਂ ਵਿੱਚੋਂ ਦੀ ਰੋਸ਼ਨੀ ਵਾਪਸ ਲੈ ਲੇਗਾ, ਕੱਲੀਆਂ ਅੱਖਾਂ ਕੀ ਕਰੇਂਗਾ ਤੂੰ? ਇਹ ਹੱਥ ਤੇਰੇ ਨੇ, ਕਹਿਣ ਲੱਗਾ ਮੇਰੇ ਹੱਥ ਨੇ, ਇਹਨਾਂ ਹੱਥਾਂ ਵਿੱਚ ਜਿਹੜੀ ਪਾਵਰ ਹੈ ਜੇ ਉਹ ਵਾਪਸ ਲੈ ਲੇਗਾ, ਤੂੰ ਇਕੱਲੇ ਹੱਥਾਂ ਨਾਲ ਕੀ ਕਰ ਲੇਗਾ? ਇਹ ਸਰੀਰ, ਇਹ ਬਾਡੀ, ਜਦੋਂ ਇਹਦੇ ਵਿੱਚੋਂ ਪਾਵਰ ਨਿਕਲ ਜਾਂਦੀ ਹੈ ਤੇ ਲੋਕ ਚੁੱਕ ਕੇ ਇਹਨੂੰ ਚਿਖਾ ਤੇ ਰੱਖ ਦਿੰਦੇ ਨੇ ਜਾਂ ਮਿੱਟੀ ਵਿੱਚ ਦੱਬ ਦਿੰਦੇ ਨੇ ਵੀ ਹੁਣ ਕਿਸੇ ਕੰਮ ਦਾ ਨਹੀਂ ਰਿਹਾ, ਤੂੰ ਸਾਰੀ ਉਮਰ ਮੇਰਾ ਮੇਰਾ ਕਰਦਾ ਰਿਹਾ, ਮੇਰੀ ਮੇਰੀ ਕਰਦਾ ਰਿਹਾ, ਪਰ ਜਿੱਦਣ ਇਹਦੇ ਵਿੱਚੋਂ ਪਾਵਰ ਨਿਕਲ ਗਈ ਤੂੰ ਕਿਸੇ ਕੰਮ ਨਾ ਆਇਆ। ਇਸ ਲਈ ਕਹਿ ਰਹੇ ਨੇ, ਕਹਿੰਦੇ ਸਭ ਕੁਝ ਤੇਰਾ ਹੈ, ਮੇਰਾ ਕੁਝ ਨਹੀਂ, ਤਨ ਵੀ ਤੇਰਾ, ਮਨ ਵੀ ਤੇਰਾ, ਔਰ ਜੋ ਇਹ ਧਨ ਦਾ ਮਤਲਬ 4 ਪੈਸੇ ਨਹੀਂ ਹੁੰਦੇ, ਧਨ ਦਾ ਮਤਲਬ ਅੱਖਾਂ ਵਿੱਚ ਰੋਸ਼ਨੀ ਵੀ ਇੱਕ ਧਨ ਹੈ, ਸਾਡੇ ਸਰੀਰ ਦੀ ਤੰਦਰੁਸਤੀ ਵੀ ਇੱਕ ਧਨ ਹੈ, ਸਾਡੇ ਹੱਥ ਪੈਰ ਸਹੀ ਸਲਾਮਤ ਨੇ, ਸਾਬਤ ਨੇ, ਇਹ ਵੀ ਇੱਕ ਧਨ ਹੈ। ਉਹਨਾਂ ਵੱਲ ਵੀ ਵੇਖੋ ਜਿਨ੍ਹਾਂ ਕੋਲ ਹੱਥ ਪੈਰ ਸਹੀ ਸਲਾਮਤ ਨਹੀਂ, ਜਿਨ੍ਹਾਂ ਦੇ ਕੋਲ ਸਰੀਰ ਤਾਂ ਹੈ ਪਰ ਸਰੀਰ ਦੀ ਕਿਰਿਆ ਕਰਨ ਵਾਸਤੇ ਪਾਵਰ ਤਾਕਤ ਨਹੀਂ ਹੈ, ਉਹਨਾਂ ਵੱਲ ਵੇਖ ਕੇ ਸਾਡੇ ਅੰਦਰੋਂ ਸ਼ੁਕਰਾਨਾ ਨਿਕਲੇ ਕਿ ਵਾਹਿਗੁਰੂ ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ, ਬੜਾ ਕੁਝ ਦਿੱਤਾ ਹੈ। ਇਸ ਲਈ ਕਬੀਰ ਜੀ ਕਹਿੰਦੇ ਮੈਨੂੰ ਸਮਝ ਆ ਗਈ, ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਤਨ ਕਰਕੇ ਧਰਮੀ ਨਹੀਂ, ਮਨ ਕਰਕੇ ਧਰਮੀ ਬਣੋ, ਤਾਂ ਇਹ ਮੇਰ ਤੇਰ ਖਤਮ ਹੋਈ, ਇਹ ਦੁਬਦਾ ਤਾਂ ਖਤਮ ਹੋਏਗੀ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਜੇ ਸਭ ਕੁਝ ਮੈਂ ਤੈਨੂੰ ਸੌਂਪ ਵੀ ਦਿਆਂ ਤੇ ਉਹਦੇ ਵਿੱਚ ਮੇਰਾ ਕੀ ਹੈ, ਕਿਉਂਕਿ ਦਿੱਤਾ ਤੇ ਸਭ ਕੁਝ ਤੇਰਾ ਹੀ ਹੋਇਆ ਸੀ, ਤੇਰਾ ਦਿੱਤਾ ਹੋਇਆ ਹੀ ਮੈਂ ਜੀਵਨ ਵਿੱਚ ਹੰਢਾ ਰਿਹਾ, ਵਰਤਾ ਰਿਹਾ ਹਾਂ, ਤੇ ਤੇਰਾ ਦਿੱਤਾ ਹੀ ਤੈਨੂੰ ਸੌਂਪ ਕੇ ਫਿਰ ਮੈਂ ਕਹਾਂ ਵੀ ਮੈਂ ਆਹ ਕੁਝ ਤੈਨੂੰ ਦਿੱਤਾ ਹੈ। ਧਰਮ ਦੀ ਦੁਨੀਆ 'ਚ ਕੀ ਹੁੰਦਾ ਹੈ? ਇਹੀ ਕੁਝ ਤੇ ਹੁੰਦਾ ਹੈ ਵੀ ਧਰਮ ਦੀ ਦੁਨੀਆ 'ਚ ਬੰਦਾ ਵੀ ਆਪਣੀ ਮੋਹਰ ਲਾ ਕੇ ਕਹਿੰਦਾ ਮੇਰਾ ਮੇਰਾ ਮੇਰਾ, ਮੈਂ ਦੀ ਆਵਾਜ਼ ਆਉਂਦੀ ਹੈ। ਬੜੀ ਸੋਹਣੀ ਜਿਹੜੀ ਸੀ ਮਨ ਨੂੰ ਗੱਲ ਬੜੀ ਸੋਹਣੀ ਲੱਗੀ। ਇਸ ਅਸਥਾਨ ਤੋਂ ਰੋਜ਼ਾਨਾ ਹਜ਼ਾਰਾਂ ਪ੍ਰਾਣੀਆਂ ਵਾਸਤੇ, ਲੋੜਵੰਦਾਂ ਵਾਸਤੇ ਲੰਗਰ ਦੇ ਪ੍ਰਵਾਹ ਚੱਲਦੇ ਨੇ, ਹਜ਼ਾਰਾਂ ਪ੍ਰਾਣੀਆਂ ਵਾਸਤੇ, ਔਰ ਬਿਨਾਂ ਕਿਸੇ ਧਰਮ ਜਾਤ ਪਾਤ ਦੇ ਵਿਤਕਰੇ ਤੋਂ ਪੁੱਛਿਆ ਨਹੀਂ ਜਾਂਦਾ ਤੂੰ ਕਿਹੜੇ ਧਰਮ ਦਾ ਹੈ। ਕੋਈ ਵੀ ਧਰਮ ਦਾ ਧਰਮੀ ਆ ਕੇ ਕਵੇ ਕਿ ਮੈਨੂੰ ਲੋੜ ਹੈ ਇਸ ਵੇਲੇ ਗੁਰੂ ਘਰ ਦੇ ਲੰਗਰ ਦੀ, ਪ੍ਰਸ਼ਾਦੇ ਦੀ, ਤੇ ਉਹਨੂੰ ਧਰਮ ਜਾਤ ਨਹੀਂ ਪੁੱਛੀ ਜਾਂਦੀ। ਉਹ ਕਿਸੇ ਵੀ ਧਰਮ, ਸਨਾਤਨ ਧਰਮ ਦਾ ਹੋਵੇ, ਇਸਲਾਮ ਧਰਮ ਦਾ ਹੋਵੇ, ਉਹ ਆਉਂਦਾ ਤੇ ਆ ਕੇ ਲੰਗਰ ਛਕਦਾ ਹੈ। ਕਿਸੇ ਨੇ ਆਖਿਆ ਵੀ ਤੁਸੀਂ ਬੜਾ ਵਧੀਆ ਕੰਮ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਵੀ ਬੜਾ ਸੋਹਣਾ ਤੁਸੀਂ ਕੰਮ ਜਿਹੜਾ ਉਹ ਕੀਤਾ, ਇਹ ਤੁਹਾਡਾ ਲੰਗਰ ਚਲਾਇਆ। ਉਹਨਾਂ ਨੇ ਆਖਿਆ ਨਹੀਂ, ਇਹ ਬਾਬੇ ਨਾਨਕ ਦਾ ਲੰਗਰ ਹੈ, ਇਹ ਗੁਰੂ ਘਰ ਦਾ ਲੰਗਰ ਹੈ। ਸਾਡਾ ਲੰਗਰ ਹੁੰਦਾ ਤੇ ਹੁਣ ਤੱਕ ਕਦੋਂ ਦਾ ਇਹ ਸਮਾਪਤ ਹੋ ਜਾਂਦਾ। ਇਹ ਗੁਰੂ ਨਾਨਕ ਦੇ ਘਰ ਦਾ ਲੰਗਰ ਹੈ, ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਘਰ ਦਾ ਲੰਗਰ ਹੈ, ਜਿਹਦੇ ਵਿੱਚ ਕਦੇ ਤੋਟ ਨਹੀਂ ਆਉਂਦੀ। ਉੱਥੇ ਆ ਵੀ ਇਹ ਗੁਰੂ ਦਾ, ਇਹ ਤੇਰਾ ਦਿੱਤਾ ਹੋਇਆ ਹੈ, ਇਹ ਜਿਹੜਾ ਤੇਰਾ ਦਿੱਤਾ ਹੋਇਆ ਉਹਦੇ ਵਿੱਚ ਕਦੇ ਤੋਟ ਨਹੀਂ ਆਉਂਦੀ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਤੋਟ ਉੱਥੇ ਆਉਂਦੀ ਜਿੱਥੇ ਬੰਦਾ ਕਵੇ ਇਹ ਮੇਰਾ ਹੈ, ਇਹ ਮੇਰਾ ਹੈ। ਕਬੀਰ ਜੀ ਕਹਿੰਦੇ ਮੇਰ ਤੇਰ ਤਾਂ ਆਪਾਂ ਰੱਖਣੀ ਨਹੀਂ। ਜਦੋਂ ਵੀ ਕਿਤੇ ਵੀ ਆਪਾਂ ਘਰ ਵਿੱਚ ਵੀ ਬੈਠੇ ਹਾਂ ਜਾਂ ਕਿਸੇ ਵੀ ਥਾਂ, ਕਿਸੇ ਵੀ ਮੁਲਕ ਵਿੱਚ ਕੋਈ ਬੈਠਾ ਹੈ, ਉਹ ਜਦੋਂ ਵੀ ਅੰਨ ਦਾ ਦਾਣਾ ਮੁੱਖ ਵਿੱਚ ਪਾਵੇ ਤੇ ਉਹ ਇਹੀ ਕਵੇ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਇਹ ਮੇਰਾ ਨਹੀਂ ਹੈ। ਹੁਣ ਕਈਆਂ ਦੇ ਕੋਲ ਅੰਨ ਦੇ ਭੰਡਾਰ ਲੱਗੇ ਪਏ ਨੇ ਪਰ ਦਾਣਾ ਖਾਣਾ ਨਸੀਬ ਨਹੀਂ ਹੁੰਦਾ, ਉਹ ਕੀ ਕਰਨਗੇ? ਬੇਸ਼ੁਮਾਰ ਲੋਕ ਨੇ ਐਸੇ ਦੁਨੀਆ ਦੇ ਵਿੱਚ ਜਿਨ੍ਹਾਂ ਕੋਲ ਧਨ ਦੀ ਕਮੀ ਨਹੀਂ, ਅੰਨ ਦੀ ਕਮੀ ਨਹੀਂ, ਪਰ ਨਾ ਉਹਨਾਂ ਦੇ ਧਨ ਕੰਮ ਆਉਂਦਾ ਪਿਆ, ਨਾ ਅੰਨ ਕੰਮ ਆਉਂਦਾ ਪਿਆ। ਉਹ ਕਹਿੰਦੇ ਇੱਕ ਵੀ ਬੁਰਕੀ ਤੋੜ ਕੇ ਅਸੀਂ ਅੰਨ ਦੀ ਖਾਂਦੇ ਹਾਂ, ਸਾਡੇ ਲਈ ਜ਼ਹਿਰ ਬਣ ਜਾਂਦੀ ਹੈ, ਕਿਉਂਕਿ ਅੰਦਰ ਰੋਗ ਹੀ ਇਦਾਂ ਦੇ ਲੱਗ ਚੁੱਕੇ ਨੇ। ਇਸ ਲਈ ਸ਼ੁਕਰਾਨਾ ਹਰ ਵੇਲੇ ਸਾਡੇ ਅੰਦਰੋਂ ਨਿਕਲੇ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ।
ਇਹ ਜੀਵਨ ਵੀ ਤੇਰਾ ਦਿੱਤਾ ਹੋਇਆ ਹੈ। ਮਹਾਰਾਜ ਕਹਿੰਦੇ ਕਿਉਂ ਐਵੇਂ ਦੁਬਦਾ ਵਿੱਚ ਪਿਆ ਹੋਇਆ ਹੈ? ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ। ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਜਿਹਦਾ ਦਿੱਤਾ ਹੋਇਆ ਜੀਵਨ ਤੂੰ ਜਿਉਣਾ ਪਿਆ, ਉਹਨੂੰ ਵਿਸਾਰ ਕੇ ਕਿਉਂ ਦੁਬਦਾ ਵਿੱਚ ਪਿਆ ਹੋਇਆ ਹੈ? ਜਿਹਨੇ ਤੈਨੂੰ ਸਭ ਕੁਝ ਦਿੱਤਾ ਹੈ, ਤੂੰ ਉਹਨੂੰ ਵਿਸਾਰ ਕੇ ਕਿਉਂ ਦੁਬਦਾ ਵਿੱਚ ਪਿਆ ਹੋਇਆ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਪਣੇ 4 ਲਾਲ ਵਾਰਦੇ ਨੇ ਨਾ, 2 ਤਾਂ ਅੱਖਾਂ ਦੇ ਸਾਹਮਣੇ ਹੀ ਗੁਰੂ ਸਾਹਿਬ ਨੇ ਸ਼ਹੀਦ ਕਰਵਾਏ ਨੇ। ਦੋਵਾਂ ਨੂੰ ਸ਼ਹੀਦ ਹੁੰਦਿਆਂ ਵੱਡੇ ਸਾਹਿਬਜ਼ਾਦਿਆਂ ਨੂੰ ਅੱਖੀਂ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਉੱਥੇ ਇੱਕੋ ਗੱਲ ਕਹੀ। ਇਹ ਨਹੀਂ ਕਿਹਾ ਸੀ ਮੇਰਾ ਪੁੱਤਰ, ਇਹ ਨਹੀਂ ਕਿਹਾ। ਸਾਹਿਬ ਜੀ ਨੇ ਕਿਹਾ ਸੀ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ, ਕਿਸੇ ਸਿਉ ਕੀਜੈ। ਕਹਿੰਦੇ ਜਿਹਨੇ ਅਮਾਨਤ ਦਿੱਤੀ ਸੀ, ਇਹ ਉਹਦੇ ਹੀ ਪੁੱਤਰ ਸੀ, ਉਹਨੇ ਵਾਪਸ ਲੈ ਲਏ, ਮੈਂ ਰੋਸ ਕਿਉਂ ਕਰਾਂ? ਰੋਸ ਉੱਥੇ ਹੀ ਹੋਏਗਾ ਜਿੱਥੇ ਬੰਦਾ ਮੈਂ ਕਰੇਗਾ। ਦੁੱਖ ਵੀ ਉੱਥੇ ਹੋਏਗਾ, ਤਕਲੀਫ ਵੀ ਉੱਥੇ ਹੋਏਗੀ। ਮੇਰਾ ਇੰਨਾ ਕੁਝ ਸੀ, ਮੈਂ ਆ ਸੀ, ਮੈਂ ਆ। ਅਸਲ ਵਿੱਚ ਦੁੱਖ ਉੱਥੇ ਹੀ ਹੈ ਜਿੱਥੇ ਤੁਸੀਂ ਕਹੋਗੇ ਨਾ ਵੀ ਤੇਰਾ ਤੇਰਾ ਤੇਰਾ, ਤੂੰ ਹੀ ਤੂੰ। ਉੱਥੇ ਕਦੇ ਦੁੱਖ ਤੇ ਕਦੇ ਉੱਥੇ ਤਕਲੀਫ ਨਹੀਂ ਹੁੰਦੀ, ਉੱਥੇ ਕਦੇ ਵੀ ਪਰੇਸ਼ਾਨੀਆਂ ਤੇ ਚਿੰਤਾਵਾਂ ਨਹੀਂ ਆਉਂਦੀਆਂ। ਇਸ ਲਈ ਕਬੀਰ ਜੀ ਕਹਿੰਦੇ ਮੈਂ ਤਾਂ ਆਪਣੀ ਅਵਸਥਾ ਬਣਾ ਲਈ, ਮੈਂ ਤੇ ਆਪਣੇ ਅੰਦਰੋਂ ਇਸ ਮੇਰ ਤੇਰ ਨੂੰ ਮੁਕਾ ਕੇ ਸਿਰਫ ਤੂੰ ਹੀ ਤੂੰ ਦੀ ਅਵਸਥਾ ਬਣਾ ਲਈ, ਕਿਉਂਕਿ ਮੈਨੂੰ ਸਮਝ ਆ ਗਈ ਕਿ ਮੇਰਾ ਹੈ ਹੀ ਕੁਛ ਨਹੀਂ। ਇਹ ਜੋ ਵੀ ਕੁਛ ਹੈ ਇਹ ਸਭ ਕੁਝ ਉਸ ਮਾਲਕ ਦਾ, ਉਸ ਮਾਲਕ ਅਕਾਲ ਪੁਰਖ ਪਰਮੇਸ਼ਵਰ ਦਾ ਦਿੱਤਾ ਹੋਇਆ ਹੈ। ਤੇ ਸਭ ਕੁਝ ਉਹਨੂੰ ਸੌਂਪ ਕੇ ਵੀ ਜੇ ਕਵਾਂ ਵੀ ਮੇਰਾ ਹੈ ਤੇ ਨਹੀਂ, ਇਹ ਮੂਰਖਤਾਈ ਹੋਏਗੀ। ਇਹ ਜੋ ਵੀ ਕੁਝ ਉਹਨੂੰ ਸਮਰਪਣ ਕੀਤਾ, ਮਨ ਤਨ ਧਨ ਜੋ ਸਮਰਪਣ ਕੀਤਾ, ਇਹ ਸਭ ਉਸ ਮਾਲਕ ਦਾ ਹੀ ਦਿੱਤਾ ਹੋਇਆ। ਇਸ ਲਈ ਕਹਿੰਦੇ ਤੇਰਾ ਤੁਝ ਕਉ ਸੌਂਪ ਤੇ ਕਿਆ ਲੱਗੈ ਮੇਰਾ। ਜੇ ਸਭ ਕੁਝ ਤੇਰਾ ਦਿੱਤਾ, ਤੈਨੂੰ ਸੌਂਪ ਦਿਆਂ, ਤੇ ਉਹਦੇ ਵਿੱਚ ਫਿਰ ਮੈਂ ਕਿਹਦੇ ਤੇ ਹੱਕ ਰੱਖਾਂਗਾ ਵੀ ਇਹ ਮੇਰਾ ਹੈ? ਇਸ ਲਈ ਸਭ ਕੁਝ ਉਸ ਮਾਲਕ ਦਾ ਦਿੱਤਾ ਹੈ। ਦੁਨੀਆ ਦੇ ਲੋਕੋ, ਤੁਸੀਂ ਦੁਬਦਾ ਵਿੱਚੋਂ ਦੀ ਬਾਹਰ ਆਓ, ਇਸ ਭਰਮ ਵਿੱਚੋਂ ਦੀ ਬਾਹਰ ਨਿਕਲੋ, ਇੱਕ ਅਕਾਲ ਪੁਰਖ ਪਰਮੇਸ਼ਵਰ ਨਾਲ ਜੁੜੋ, ਉਹਦਾ ਸ਼ੁਕਰਾਨਾ ਕਰੋ। ਅਸੀਂ ਹੁਣ ਦਾਤਾਂ ਤੇ ਰੱਬ ਦੇ ਹੱਥ ਵਿੱਚ ਨੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੋਟ ਨ ਆਵਈ, ਅਗਨਤ ਭਰੇ ਭੰਡਾਰ। ਹੁਣ ਦਾਤਾ ਤਾਂ ਇੱਕ ਹੈ, ਦਾਤਾਂ ਉਸ ਮਾਲਕ ਨੇ ਦਿੱਤੀਆਂ ਨੇ, ਪਰ ਅਸੀਂ ਦੁਬਦਾ ਵਿੱਚ ਪਏ ਹੋਏ ਸ਼ੁਕਰਾਨਾ ਕਿਸੇ ਹੋਰ ਦਾ ਕਰਦੇ ਪਏ ਹਾਂ। ਅਸੀਂ ਕਿਸੇ ਹੋਰ ਦਾ ਸ਼ੁਕਰਾਨਾ, ਦਾਤਾਂ ਕਿਤੋਂ ਮਿਲਦੀਆਂ, ਸ਼ੁਕਰਾਨਾ ਕਿਤੇ। ਇਹ ਵੀ ਇੱਕ ਦੁਬਦਾ ਸਾਡੇ ਅੰਦਰ ਬਣੀ ਹੋਈ ਹੈ। ਇਸ ਲਈ ਕਬੀਰ ਜੀ ਕਹਿੰਦੇ ਆ ਮੈਂ ਆਪਣੀ ਅਵਸਥਾ ਇਹ ਬਣਾ ਲਈ ਹੈ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ। ਕਬੀਰ ਜੀ ਨੇ ਫਿਰ ਦੁਬਾਰਾ ਉਸ ਨੂੰ ਰਿਪੀਟ ਕੀਤਾ ਤਾਂ ਕਿ ਸਮਝਾਉਣ ਵਾਲਿਆਂ ਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ। ਜੇ ਗੁਰਬਾਣੀ ਆਈ ਧੁਰੋਂ, ਮਾਲਕ ਦੇ ਘਰ ਵਿੱਚੋਂ ਆਈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਮੈਂ ਨਹੀਂ ਕਿਹਾ, ਕਿਉਂਕਿ ਇਹ ਗੁਰਬਾਣੀ ਉਹ ਹੈ ਜਿਹਦੇ ਵਿੱਚ ਤੂੰ ਹੀ ਤੂੰ ਦੀ ਆਵਾਜ਼ ਆਉਂਦੀ ਹੈ, ਜਿਹਦੇ ਵਿੱਚ ਆਖਿਆ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਜਿਹਦੇ ਵਿੱਚ ਆਖਿਆ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਜਿਹਦੇ ਵਿੱਚ ਆਖਿਆ ਗਿਆ ਕਿ ਮੇਰਾ ਕੁਛ ਨਹੀਂ ਸਭ ਤੇਰਾ ਹੈ। ਤੇ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਉਹ ਵੀ ਇਹੀ ਕਹਿ ਰਹੇ ਨੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ, ਕਿਉਂਕਿ ਇਹ ਅੰਮ੍ਰਿਤ ਦਾ ਸਰੋਵਰ ਬਣਾਇਆ, ਇਹਦੇ ਵਿੱਚ ਖਟਾਸ ਨਹੀਂ ਪਾਈ। ਆਪ ਜੀ ਇਤਿਹਾਸ ਜਾਣਦੇ ਹੋ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਪਾਵਨ ਸਰੂਪ ਗੁਰਬਾਣੀ ਦੀ ਇਕੱਤਰਤਾ ਕਰਕੇ ਗ੍ਰੰਥ ਸਾਹਿਬ ਦਾ ਰੂਪ ਤਿਆਰ ਕੀਤਾ, ਉਦੋਂ 4 ਭਗਤ ਆਏ ਸੀ, ਜਿਹੜੇ ਕਹਿੰਦੇ ਸੀ ਪਿੱਲੂ ਵਰਗੇ, ਕਨਕਾਨਾ ਵਰਗੇ, ਛੱਜੂ ਵਰਗੇ, ਸ਼ਾਹ ਹੁਸੈਨ ਵਰਗੇ, ਕਹਿੰਦੇ ਸੀ ਸਾਡੀ ਵੀ ਬਾਣੀ ਦਰਜ ਕਰੋ, ਅਸੀਂ ਲਾਹੌਰ ਦੇ ਭਗਤ ਹਾਂ। ਤੁਸੀਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਇਸ ਬੀੜ ਦੇ ਅੰਦਰ ਤੁਸੀਂ ਬਾਣੀ ਦਰਜ ਕੀਤੀ ਹੈ, ਸਾਡੀ ਵੀ ਕਰੋ। ਤੇ ਮਹਾਰਾਜ ਕਹਿੰਦੇ ਤੁਸੀਂ ਜੇ ਭਗਤ ਹੋ ਤੇ ਆਪਣੀ ਆਪਣੀ ਬਾਣੀ ਸੁਣਾਓ।
ਜਦੋਂ ਉਹਨਾਂ ਨੇ ਬਾਣੀ ਸੁਣਾਈ ਤੇ ਆਵਾਜ਼ ਆਈ, ਮੈਂ ਉਹੀ ਰੇ, ਮੈਂ ਉਹੀ ਰੇ, ਵੀ ਮੈਂ ਤੇ ਉਹ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਤੁਹਾਡਾ ਇਹ ਰਾਹ ਨਹੀਂ ਹੈ, ਤੁਸੀਂ ਤਾਂ ਦੁਬਿਧਾ ਵਿੱਚ ਪਏ ਹੋਏ ਹੋ। ਇਹ ਬਾਣੀ ਉਹਨਾਂ ਦੀ ਹੈ ਜਿਨ੍ਹਾਂ ਨੇ ਦੁਬਿਧਾ ਨੂੰ ਖਤਮ ਕਰਕੇ ਆਖਿਆ ਮੈਂ ਕੁਛ ਵੀ ਨਹੀਂ ਆ, ਜੋ ਕੁਛ ਹੈ ਉਸ ਮਾਲਕ ਦਾ ਦਿੱਤਾ ਹੋਇਆ ਹੈ। ਇਹ ਤੇ ਉਹਨਾਂ ਦੀ ਬਾਣੀ ਹੈ ਜਿਹੜੇ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇ ਤੁਸੀਂ ਕਹਿ ਰਹੇ ਹੋ ਮੈਂ ਉਹੀ ਰੇ, ਮੈਂ ਉਹੀ ਰੇ। ਸਤਿਗੁਰੂ ਨੇ ਆਖਿਆ ਨਹੀਂ, ਤੁਹਾਡੇ ਚਾਰਾਂ ਦੇ ਬੋਲ ਇਹਦੇ ਵਿੱਚ ਦਰਜ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਵੀ ਜੇ ਬਾਣੀ ਨੂੰ ਉਚਾਰਿਆ, ਉਹਨਾਂ ਨੇ ਵੀ ਨਹੀਂ ਆਖਿਆ ਇਹ ਮੇਰੀ ਬਾਣੀ ਹੈ। ਉਹਨਾਂ ਨੇ ਵੀ ਆਖਿਆ ਇਹ ਧੁਰੋਂ ਆਈ ਹੋਈ ਖਸਮ ਦੀ ਬਾਣੀ ਹੈ। ਇਹ ਖਸਮ ਦੀ ਬਾਣੀ ਨੂੰ ਖਸਮ ਦੀ ਹੋਈ ਰਹਿਣ ਦਈਏ ਆਪਾਂ। ਇਹ ਧੁਰ ਕੀ ਬਾਣੀ ਨੂੰ ਧੁਰ ਕੀ ਹੀ ਰਹਿਣ ਦਈਏ ਅਸੀਂ। ਇਹਦੇ ਵਿੱਚ ਅਸੀਂ ਮੈਂ ਜਿਹੜਾ ਉਹ ਨਾ ਇਹਦੇ ਵਿੱਚ ਆਪਾਂ ਮਿਲਾਵਟ ਕਰੀਏ। ਹੰਕਾਰ ਨਹੀਂ, ਇਸ ਬਾਣੀ ਵਿੱਚ ਪਿਆਰ ਭਰਿਆ ਹੋਇਆ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਬਾਣੀ ਦੇ ਵਿੱਚ ਧੁਰ ਕੀ ਬਾਣੀ ਆਈ। ਉੱਥੇ ਕਿਹਾ ਹੀ ਨਹੀਂ ਵੀ ਮੇਰੀ ਬਾਣੀ ਆਈ, ਉੱਥੇ ਆਖਿਆ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਨਿਰੰਕਾਰ ਦੀ ਬਾਣੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਸ ਕਰਤੇ ਨੇ ਆਪ ਮੂੰਹੋਂ ਇਹ ਬੋਲ ਕਢਵਾ ਕੇ ਇਹ ਬਾਣੀ ਸਾਡੇ ਤੱਕ ਪਹੁੰਚਾਈ। ਕਬੀਰ ਸਾਹਿਬ ਕਹਿੰਦੇ ਨੇ ਜੇ ਮੈਨੂੰ ਤੁਸੀਂ ਪੁੱਛਦੇ ਹੋ ਤੇ ਮੇਰੀ ਅਵਸਥਾ ਇਹ ਹੈ, ਕਬੀਰ ਤੂੰ ਕਰਤਾ, ਤੂੰ ਹੁਆ, ਤੂੰ ਹੀ ਤੂੰ, ਹਰ ਪਾਸੇ ਜੈ ਜੈ ਪੇਖੋਂ ਤੈਂ ਹਜੂਰ। ਦੂਰ ਕਤਹੁ ਨ ਜਾਈ, ਰਬ ਰਹੇ ਆਸਰ ਬਤਰ ਮੈਂ ਮਨ ਸਦਾ ਧਿਆਈ। ਕਹਿੰਦੇ ਤੂੰ ਹੀ ਦਾ ਅਰਥ, ਤੂੰ ਕਰਤਾ ਦਾ ਅਰਥ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੂੰ ਕਰਦਿਆਂ ਕਬੀਰ ਜੀ ਕਹਿੰਦੇ ਮੈਂ ਬਸ ਤੂੰ ਹੀ ਹੋ ਗਿਆ। ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਹੀ ਨਹੀਂ ਰਹਿ ਗਿਆ, ਕੋਈ ਅੰਤਰ, ਕੋਈ ਫਰਕ ਰਹਿ ਹੀ ਨਹੀਂ ਗਿਆ, ਵਿਚਾਰਾਂ ਦਾ ਟਕਰਾਰ ਰਹਿ ਹੀ ਨਹੀਂ ਗਿਆ। ਹੁਣ ਤੇ ਬਸ ਤੂੰ ਹੀ ਤੂੰ ਹੋ ਗਿਆ, ਮੇਰੇ ਵਿੱਚ ਤਾਂ ਕੁਛ ਰਹਿ ਹੀ ਨਹੀਂ ਗਿਆ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਆ ਜਿਹੜੀ ਹੂੰ ਨਿਕਲਦੀ ਸੀ ਨਾ, ਇਹ ਜਿਹੜੀ ਹਉਮੈ ਦੇ ਵਿੱਚੋਂ ਆਵਾਜ਼ ਮੇਰੀ ਨਿਕਲਦੀ ਸੀ, ਇਹ ਅੰਦਰੋਂ ਹਉਮੈ ਖਤਮ ਹੋ ਗਈ। ਇਹ ਅੰਦਰ ਦਾ ਹੰਕਾਰ ਅੰਦਰ ਖਤਮ ਹੋ ਗਿਆ। ਤੇ ਹੰਕਾਰ ਨੂੰ ਮਾਰਨਾ ਇੰਨਾ ਸੌਖਾ ਨਹੀਂ। ਤਾਂ ਹੀ ਮਹਾਰਾਜ ਨੇ ਕਿਹਾ ਸੀ ਜਿਹੜਾ ਇਹਨੂੰ ਹੰਕਾਰ ਨੂੰ ਮਾਰੇਗਾ ਉਹੀ ਅਸਲ ਵਿੱਚ ਸੂਰਮਾ ਹੈ, ਉਹੀ ਅਸਲ ਵਿੱਚ ਬਹਾਦਰ ਯੋਧਾ ਹੈ। ਜਿਹਨੇ ਅੰਦਰੋਂ ਹੰਕਾਰ ਨਾ ਮਾਰਨਾ ਆਇਆ ਉਹ ਕਾਹਦਾ ਸੂਰਮਾ ਹੈ। ਉਹ ਤਾਂ ਬਾਹਰੋਂ ਅਸੀਂ ਭਾਵੇਂ ਜਿੱਦਾਂ ਮਰਜ਼ੀ ਸੂਰਮੇ ਬਣੇ ਰਹੀਏ, ਪਰ ਅੰਦਰ ਦੀ ਅਵਸਥਾ ਸਾਡੀ ਹੋਰ। ਜਿਵੇਂ ਇੱਥੇ ਇਤਿਹਾਸ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਨ੍ਹਾਂ ਨੇ ਰਾਤ ਸੁਣਿਆ ਕਿ ਜਦੋਂ ਪਾਉਂਟਾ ਸਾਹਿਬ ਦੇ ਅਸਥਾਨ ਤੇ ਫਤਿਹ ਸ਼ਾਹ ਭਾਰੀ ਗਿਣਤੀ ਵਿੱਚ ਸੈਨਾ ਲੈ ਕੇ ਆ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ 500 ਪਠਾਨ ਆਏ ਸੀ। ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ ਇਹਨਾਂ ਨੂੰ ਇੱਥੇ ਨੌਕਰੀ ਤੇ ਰਖਵਾ ਕੇ ਗਿਆ ਵੀ ਮਹਾਰਾਜ ਜੀ ਇਹਨਾਂ ਨੂੰ ਰੱਖ ਲਓ, ਇਹਨਾਂ ਨੂੰ ਨੌਕਰੀਆਂ ਦੇ ਦਿਓ, ਤਨਖਾਹਾਂ ਦੇ ਦਿਓ, ਇਹਨਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਰਹੇਗਾ। ਅੱਜ ਜਦੋਂ ਸਿਪਾਹੀ ਆ ਰਹੇ ਨੇ, ਜਦੋਂ ਰਾਜਾ ਫਤਿਹ ਸ਼ਾਹ ਆ ਰਿਹਾ ਫੌਜ ਲੈ ਕੇ ਤੇ 500 ਦੇ 500 ਪਠਾਨ ਕਹਿੰਦੇ ਮਹਾਰਾਜ ਸਾਨੂੰ ਛੁੱਟੀ ਦਿਓ, ਅਸੀਂ ਘਰ ਜਾਈਏ। ਤੇ ਗੁਰੂ ਸਾਹਿਬ ਕਹਿੰਦੇ ਇਹ ਕਾਹਦੇ ਸੂਰਮਤਾਈ ਵਾਲੇ ਗੁਣ ਹੋਏ, ਕਾਹਦੇ ਤੁਸੀਂ ਪਠਾਨ ਬਹਾਦਰ ਯੋਧੇ ਹੋ। ਅੱਜ ਜਦੋਂ ਲੋੜ ਪਈ ਤੇ ਹੁਣ ਛੁੱਟੀ ਲੈ ਕੇ ਘਰ ਨੂੰ ਜਾਣ ਲੱਗੇ ਹੋ। ਅੱਜ ਤਾਂ ਉਸ ਦੁਸ਼ਮਣ ਨਾਲ ਮੈਦਾਨ ਵਿੱਚ ਖਲੋ ਕੇ ਉਹਦਾ ਸਾਹਮਣਾ ਕਰਨ ਦਾ ਸਮਾਂ ਆਇਆ ਤੇ ਅੱਜ ਤੁਸੀਂ ਘਰਾਂ ਨੂੰ ਛੁੱਟੀ ਲੈ ਕੇ ਚੱਲੇ ਹੋ। ਕਹਿਣ ਲੱਗੇ ਹੁਣ ਇਹ ਬਹਾਦਰੀ ਵਾਲੇ ਗੁਣ ਤੁਹਾਡੇ ਕਿੱਥੇ ਗਏ। ਉੱਥੇ ਮਾਮਾ ਕਿਰਪਾਲ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਇਤਿਹਾਸ ਵਿੱਚ, ਜਿਨ੍ਹਾਂ ਨੇ ਸੁਣਿਆ। ਕਹਿਣ ਲੱਗੇ ਤੁਸੀਂ ਬਾਹਰ ਦਾ ਭੇਖ ਸ਼ੇਰ ਵਰਗਾ ਬਣਾਇਆ, ਪਰ ਤੁਹਾਡੇ ਅੰਦਰ ਦੀ ਅਵਸਥਾ ਗਿੱਦੜਾਂ ਵਾਲੀ ਹੈ। ਬਾਹਰੋਂ ਵੇਖਣ ਨੂੰ ਲੋਕ ਕਹਿੰਦੇ ਆ ਸ਼ੇਰ ਹੈ, ਪਰ ਅੰਦਰੋਂ ਜਦੋਂ ਤੁਹਾਡੇ ਆ ਬੋਲ ਸੁਣੇ ਡਰਪੋਕ ਵਾਲੇ, ਕਾਇਰਤਾ ਵਾਲੇ, ਅੰਦਰੋਂ ਤੇ ਇਦਾਂ ਲੱਗਦਾ ਜਿਵੇਂ ਤੁਹਾਡੇ ਅੰਦਰ ਗਿੱਦੜ ਬੈਠਾ ਹੁੰਦਾ ਹੈ। ਉਹ ਸੂਰਮਾ ਨਹੀਂ ਜਿਹੜਾ ਦੁਸ਼ਮਣ ਨੂੰ ਵੇਖ ਕੇ ਤੇ ਪਾਸਾ ਵੱਟ ਜਾਏ,
ਜਿਹੜਾ ਦੁਸ਼ਮਣ ਨੂੰ ਵੇਖ ਕੇ ਤੇ ਆਪਣਾ ਰਸਤਾ ਬਦਲ ਜਾਏ, ਉਹ ਕਾਹਦਾ ਸੂਰਮਾ ਹੈ? ਸਾਹਿਬ ਜੀ ਕਹਿੰਦੇ ਜਿਹੜਾ ਸੂਰਮਾ ਤੁਹਾਨੂੰ ਗੁਰੂ ਕੇ ਸਿੱਖੋ ਬਣਾਇਆ ਨਾ, ਉਹ ਇਹ ਹੈ ਕਿ ਅੰਦਰ ਦੇ ਹਉਮੈ ਨੂੰ ਮਾਰੋ, ਅੰਦਰ ਦੇ ਹੰਕਾਰ ਨੂੰ ਮਾਰ ਦਿਓ। ਜਦੋਂ ਤੁਸੀਂ ਅੰਦਰ ਦੇ ਹੰਕਾਰ ਨੂੰ ਮਾਰੋਗੇ, ਤੁਹਾਡੇ ਤੋਂ ਵੱਡਾ ਸੂਰਮਾ ਕੋਈ ਨਹੀਂ ਹੋਏਗਾ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਮੈਂ ਆਪਣੇ ਅੰਦਰ ਦੀ ਹੂੰ ਨੂੰ ਸਦਾ ਲਈ ਖਤਮ ਕਰ ਦਿੱਤਾ। ਹੁਣ ਮੇਰੇ ਅੰਦਰ ਕਿਸੇ ਪ੍ਰਕਾਰ ਦੀ ਹੂੰ ਭਾਵ ਮੇਰੇ ਅੰਦਰ ਕਿਸੇ ਪ੍ਰਕਾਰ ਦਾ ਹੰਕਾਰ, ਜਿੱਥੋਂ ਮੈਂ ਦਾ ਜਨਮ ਹੋਵੇ, ਉਹ ਮੇਰੇ ਅੰਦਰ ਰਹਿ ਨਹੀਂ ਗਿਆ। ਇਹ ਅਕਾਲ ਪੁਰਖ ਜੀ, ਤੂੰ ਕਰਦਿਆਂ ਕਰਦਿਆਂ ਇੱਕ ਦਿਨ ਅਵਸਥਾ ਇਦਾਂ ਦੀ ਹੋ ਗਈ ਕਿ ਤੂੰ ਹੁਆ, ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਰਹਿ ਹੀ ਨਹੀਂ ਗਿਆ। ਕੋਈ ਅੰਤਰ ਮਤ ਭੇਦ ਕਿਸੇ ਤਰ੍ਹਾਂ ਦਾ ਹੁਣ ਰਹਿ ਹੀ ਨਹੀਂ ਗਿਆ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਬ ਆਪਾ ਪਰ ਕਾ ਮਿਟ ਗਿਆ, ਮੇਰਾ ਤੇ ਪਰਾਇਆ। ਪਹਿਲਾਂ ਕੀ ਸੀ? ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਪਹਿਲਾਂ ਸੀ ਕਿ ਰੱਬ ਜੀ ਤੁਸੀਂ ਪਰਾਏ ਹੋ, ਬਾਕੀ ਸਾਰਾ ਮੇਰਾ ਆਪਣਾ ਹੀ ਹੈ। ਜਿੱਦਣ ਕਿਤੇ ਸੰਕਟ ਦੀ ਘੜੀ, ਮੁਸ਼ਕਲ ਦੀ ਘੜੀ ਆਈ, ਫਿਰ ਪਤਾ ਲੱਗਾ ਵੀ ਆਪਣੇ ਕੌਣ ਨੇ ਤੇ ਪਰਾਏ ਕੌਣ ਨੇ। ਇਹ ਤਾਂ ਮੁਸ਼ਕਲ ਦੀ ਘੜੀ 'ਚ ਹੀ ਪਤਾ ਲੱਗਦਾ ਨਾ। ਜਿਹਨੂੰ ਅਸੀਂ ਪਰਾਇਆ ਸਮਝਦੇ ਸੀ, ਉਹ ਆਪਣੇ ਨਿਕਲ ਆਏ, ਤੇ ਜਿਨ੍ਹਾਂ ਨੂੰ ਆਪਣਾ ਸਮਝਦੇ ਸੀ, ਉਹ ਮੁਸ਼ਕਲ ਦੀ ਘੜੀ ਵਿੱਚ ਪਰਾਏ ਹੋ ਗਏ। ਅੱਜ ਦੇ ਮਾਹੌਲ ਵਿੱਚ ਸਾਨੂੰ ਮਹਿਸੂਸ ਕਰਨਾ ਪਏਗਾ, ਜਿਨ੍ਹਾਂ ਨੂੰ ਆਪਣਾ ਆਪਣਾ ਕਹਿੰਦੇ ਸੀ, ਕਿੱਥੇ ਗਏ ਉਹ ਕਿੱਥੇ ਲੁਕ ਗਏ? ਕਿਸ ਥਾਂ ਤੇ ਜਾ ਕੇ ਛੁਪ ਗਏ? ਜਿਹੜੇ ਆਪਣਾ ਆਪਣਾ ਜਿਨ੍ਹਾਂ ਨੂੰ ਕਹਿੰਦੇ ਸੀ, ਅੱਜ ਉਹ ਨਜ਼ਰ ਕੋਈ ਨਹੀਂ ਆਉਂਦੇ ਪਏ। ਤੇ ਜਿਨ੍ਹਾਂ ਨੂੰ ਤੁਸੀਂ ਪਰਾਇਆ ਕਹਿੰਦੇ ਹੋ, ਅੱਜ ਉਹੀ ਘਰ ਘਰ ਦੇ ਵਿੱਚ ਕੰਮ ਆਉਂਦਾ ਪਿਆ। ਅੱਜ ਉਹੀ ਆਪਣਾ ਬਣ ਕੇ ਸਮਾਜ ਦੇ ਵਿੱਚ ਵਿਚਰਦਾ ਪਿਆ। ਔਖੀ ਘੜੀ, ਸੰਕਟ ਦੀ ਘੜੀ 'ਚ ਹੀ ਪਤਾ ਲੱਗਦਾ ਹੈ ਕੌਣ ਆਪਣਾ ਤੇ ਕੌਣ ਪਰਾਇਆ ਹੈ। ਇਸ ਲਈ ਕਬੀਰ ਜੀ ਕਹਿੰਦੇ ਜਿਹੜਾ ਆਪਾ ਪਰ ਸੀ ਨਾ, ਵੀ ਮੈਂ ਆ ਹਾਂ ਤੇ ਤੁਸੀਂ ਉਹ ਹੋ, ਮੈਂ ਤੂੰ ਦੇ ਵਿੱਚ ਜਿਹੜਾ ਪਰਾਇਆਪਨ ਆ ਗਿਆ ਸੀ, ਹੁਣ ਉਹ ਪਰਾਇਆਪਨ ਅੰਦਰੋਂ ਖਤਮ ਹੋ ਗਿਆ। ਅੰਦਰੋਂ ਦੀ ਪਰਾਇਆਪਨ ਜਿਹੜਾ ਸੀ ਮਿਟ ਗਿਆ। ਜਬ ਆਪਾ ਪਰ ਕਾ ਮਿਟ ਗਿਆ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ, ਸਤਿਗੁਰੂ ਜੀ ਦੇ ਨਾਲ ਸਾਈਂ ਮੀਆਂ ਮੀਰ ਨੇ ਬੜਾ ਪਿਆਰ ਕੀਤਾ। ਇੰਨਾ ਪਿਆਰ ਕੀਤਾ ਕਿ ਸਾਈਂ ਮੀਆਂ ਮੀਰ ਦੀ ਅਵਸਥਾ ਕੋਈ ਛੋਟੀ ਮੋਟੀ ਨਹੀਂ ਹੈ। ਬਹੁਤ ਮਹਾਨ ਹਸਤੀ ਹੈ ਲਾਹੌਰ ਦੇ ਵਿੱਚ ਸਾਈਂ ਮੀਆਂ ਮੀਰ। ਪਰ ਸਾਈਂ ਮੀਆਂ ਮੀਰ ਨੂੰ ਪੁੱਛੋ, ਤੁਹਾਨੂੰ ਗੁਰੂ ਅਰਜਨ ਦੇਵ ਜੀ ਵਿੱਚੋਂ ਕੀ ਮਿਲਦਾ ਹੈ? ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਵਿੱਚੋਂ ਕੀ ਮਿਲਦਾ ਹੈ? ਤੁਹਾਨੂੰ ਅੰਮ੍ਰਿਤਸਰ ਸਾਹਿਬ ਜਦੋਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਨੀਂਹ ਰੱਖਣੀ ਹੈ, ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਈਂ ਮੀਆਂ ਮੀਰ ਨੂੰ ਕਿਉਂ ਬੁਲਾਉਂਦੇ ਨੇ? ਕਿਉਂਕਿ ਇੱਥੇ ਪਰਾਇਆਪਨ ਖਤਮ ਹੋ ਗਿਆ। ਇੱਥੇ ਆਪਣਾਪਨ ਜਿਹੜਾ ਸੀ ਉਹ ਆ ਗਿਆ। ਸਾਈਂ ਮੀਆਂ ਮੀਰ ਜੀ ਇੱਕੋ ਗੱਲ ਕਹਿੰਦੇ ਸੀ, ਕਹਿੰਦੇ ਮੈਂ ਜਿਸ ਖੁਦਾ ਨਾਲ ਜੁੜਿਆ ਨਾ, ਉਹ ਖੁਦਾ ਮੈਨੂੰ ਦਿਸਦਾ ਹੀ ਗੁਰੂ ਅਰਜਨ ਦੇਵ ਜੀ ਵਿੱਚੋਂ ਹੈ। ਜਿਸ ਖੁਦਾ ਨਾਲ ਮੈਂ ਰੱਬ ਨਾਲ ਜੁੜਿਆ, ਉਹ ਰੱਬ ਤਾਂ ਮੈਨੂੰ ਦਿਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਵਿੱਚੋਂ ਹੈ। ਦੇਖੋ, ਜਦੋਂ ਨਹੀਂ ਸੀ ਸਮਝ ਆਈ, ਉਦੋਂ ਤਾਂ ਰਾਏ ਬੁਲਾਰ ਵੀ ਕਹਿੰਦਾ ਸੀ ਕਿ ਜਿਹੜਾ ਨਾਨਕ ਤੇ ਪਟਵਾਰੀ ਦਾ ਪੁੱਤਰ ਹੈ। ਜਦੋਂ ਸਮਝ ਆ ਗਈ ਤੇ ਪਰਾਇਆਪਨ ਖਤਮ ਹੋ ਗਿਆ। ਉਹ ਕਹਿਣ ਲੱਗੇ, ਨਾਨਕ ਜੀ, ਜੇ ਇਸ ਧਰਤੀ ਤੇ ਰੱਬ ਵੇਖਣਾ ਤੇ ਤੁਸੀਂ ਹੋ, ਜੇ ਖੁਦਾ ਵੇਖਣਾ ਤੇ ਤੁਸੀਂ ਹੋ। ਹੁਣ ਕਿਰਪਾ ਕਰਿਓ ਕਿਤੇ ਆ ਮੇਰੇ ਅੰਦਰ ਮੈਂ ਦੁਬਾਰਾ ਨਾ ਆ ਜਾਏ। ਮੈਂ ਇਸ ਰਾਏ ਭੋਇੰ ਦੀ ਤਲਵੰਡੀ ਨੂੰ ਰਾਏ ਬੁਲਾਰ ਦੀ ਤਲਵੰਡੀ ਨਹੀਂ ਬਣਨ ਦੇਣਾ। ਇਸ ਰਾਏ ਭੋਇੰ ਦੀ ਤਲਵੰਡੀ ਨੂੰ ਸਦਾ ਲਈ ਨਨਕਾਣਾ ਸਾਹਿਬ ਬਣਾ ਦੇਣਾ। ਉਹ ਮੇਰ ਤੇਰ ਖਤਮ ਹੋ ਗਈ, ਆਪਣਾ ਪਰਾਇਆ ਖਤਮ ਹੋ ਗਿਆ। ਸਮਝ ਆ ਗਈ ਕਿ ਕੌਣ ਹੈ। ਸਾਨੂੰ ਵੀ ਸਮਝ ਆ ਜਾਏ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਸਾਨੂੰ ਦਿੱਤੀ ਹੈ, ਇਹ ਪਰਾਇਆਪਨ ਖਤਮ ਕਰਨ ਲਈ ਦਿੱਤੀ ਹੈ। ਇਹ ਦੁਬਿਧਾ ਖਤਮ ਕਰਨ ਲਈ, ਨਫ਼ਰਤ ਖਤਮ ਕਰਨ ਵਾਸਤੇ ਦਿੱਤੀ ਹੈ। ਇੱਥੇ ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਜਬ ਜਦੋਂ ਆਪਾ ਪਰ ਕਾ ਮਿਟ ਗਿਆ, ਆਪਣਾ ਤੇ ਪਰਾਇਆ ਜਿਹੜਾ ਸੀ ਅੰਦਰ ਭਾਵਨਾ ਖਤਮ ਹੋ ਗਈ। ਜਤ ਦੇਖੋ ਤਤ ਤੂੰ। ਹੁਣ ਮੈਂ ਜਿੱਧਰ ਵੀ ਵੇਖਦਾ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਨਜ਼ਰ ਆਉਣਾ। ਤੇਰੇ ਤੋਂ ਬਿਨਾ ਹੁਣ ਕੋਈ ਹੋਰ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ। ਹੁਣ ਤੇ ਇੱਕੋ ਹੀ ਬੋਲ ਨਿਕਲਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ
ਨਹੀਂ ਕੋਈ ਇੱਕੋ ਗੱਲ ਸਮਝ ਆ ਗਈ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ। ਫਿਰ ਨਫ਼ਰਤ ਕਿਹਦੇ ਨਾਲ ਕਰੀਏ? ਅਸੀਂ ਦੁਬਦਾ ਬਣਾ ਕੇ ਅੰਦਰ ਮੈਂ ਕਿਵੇਂ ਕਰ ਸਕਦੇ ਹਾਂ? ਹੁਣ ਤੇ ਸਮਝ ਆ ਗਈ ਵੀ ਜੋ ਕੁਝ ਹੈ, ਜੋ ਕੁਝ ਮਿਲਿਆ ਉਹ ਸਭ ਤੇਰਾ ਹੀ ਤੇਰਾ ਹੈ, ਮੇਰਾ ਤੇ ਹੈ ਹੀ ਕੁਝ ਨਹੀਂ। ਇਸ ਲਈ ਕਬੀਰ ਜੀ ਨੇ ਅੱਜ ਦੇ ਇਸ ਸ਼ਲੋਕ ਵਿੱਚ ਜ਼ਿਕਰ ਕੀਤਾ ਕਿ ਜਿਹੜੀ ਦੁਬਦਾ ਹੈ ਨਾ, ਇਹਨੂੰ ਨਾਸ਼ ਕਰਨਾ ਬੜਾ ਕਠਿਨ ਹੈ। ਬੜੇ ਬੜੇ ਧਰਮੀ ਲੋਕ ਵੀ ਜਿਹੜੇ ਨੇ ਦੁਬਦਾ ਨੂੰ ਆਪਣੇ ਅੰਦਰੋਂ ਨਹੀਂ ਮੁਕਾ ਸਕੇ। ਇਸ ਲਈ ਆਓ ਬਿਨਾਂ ਕਿਸੇ ਮਤ ਭੇਦ ਦੇ ਨਫ਼ਰਤ ਨੂੰ ਮਿਟਾ ਕੇ, ਈਰਖਾ ਨੂੰ ਮਿਟਾ ਕੇ ਰੱਬੀ ਬਾਣੀ ਦੇ ਨਾਲ ਆ ਕੇ ਜੁੜੋ। ਦੁਬਦਾ ਨੂੰ ਆਪਣੇ ਅੰਦਰੋਂ ਖਤਮ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜ ਲਓ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ। ਆਪੇ ਮੇਲੇ ਵਾਲਾ ਜੀਵਨ ਜਿਹੜਾ ਹੈ ਉਹ ਬਣ ਸਕੇ। ਗੁਰੂ ਨਾਨਕ ਸਾਹਿਬ ਜੀ ਦਾ ਘਰ, ਗੁਰੂ ਘਰ ਦੇ ਦਰਵਾਜ਼ੇ ਹਰ ਇੱਕ ਦੇ ਵਾਸਤੇ ਸਦਾ ਲਈ ਖੁੱਲੇ ਨੇ। ਕੋਈ ਧਰਮ, ਕੋਈ ਵਰਨ, ਕੋਈ ਮੁਲਕ, ਕੋਈ ਜਾਤ ਪਾਤ, ਅਮੀਰੀ ਗਰੀਬੀ ਦਾ ਫਰਕ ਨਹੀਂ ਹੈ। ਇੱਥੇ ਸੰਗਤ ਵੀ ਬਰਾਬਰ ਤੇ ਪੰਗਤ ਵੀ ਇੱਥੇ ਬਰਾਬਰ ਜਿਹੜੀ ਹੈ ਉਹ ਬਣਾ ਕੇ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਵਰਤਾਈਆਂ ਜਾਂਦੀਆਂ ਨੇ। ਇਸ ਲਈ ਕਿਸੇ ਮਤ ਭੇਦ ਵਿੱਚ ਨਾ ਆਉਂਦੇ ਹੋਏ ਇੱਕ ਬਣ ਕੇ ਅਸੀਂ ਮਾਲਕ ਦੇ ਨਾਮ ਨਾਲ ਜੁੜ ਜਾਈਏ, ਜਿਹਦੇ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ, ਸੁੱਖ, ਆਨੰਦ, ਖੁਸ਼ੀਆਂ, ਖੇੜਾ ਸਾਡੇ ਜੀਵਨ ਵਿੱਚ ਬਣ ਜਾਏ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ। ਆਪਣਾ ਮਿਹਰ ਦਾ ਹੱਥ ਰੱਖ ਕੇ ਅੱਗੋਂ ਸਮੱਤ ਦੇ ਕੇ ਆਪ ਵਿਚਾਰ ਕਰਵਾ ਲੈਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਜੋ ਗੁਰੂ ਚਰਨਾਂ ਵਿੱਚ ਆ ਕੇ ਜੁੜੇ ਹੋ, ਬਹੁਤਾਤ ਵਿੱਚ ਗੁਰੂ ਕੇ ਪਿਆਰੇ ਮੀਡੀਆ ਰਾਹੀਂ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਨੇ। ਜਿੱਥੇ ਜਿੱਥੇ ਤੱਕ ਵੀ ਕੋਈ ਗੁਰੂ ਘਰ ਨਾਲ ਜੁੜਿਆ, ਸਾਰਿਆਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਇਸ ਮਹਾਮਾਰੀ, ਇਸ ਬਿਮਾਰੀ ਤੋਂ ਹਰ ਇੱਕ ਨੂੰ ਛੁਟਕਾਰਾ ਮਿਲੇ, ਹਰ ਇੱਕ ਨੂੰ ਸੁੱਖ, ਆਨੰਦ ਤੇ ਆਜ਼ਾਦੀ ਵਾਲਾ ਜੀਵਨ ਪ੍ਰਾਪਤ ਹੋਵੇ। ਇਹੀ ਇਸ ਘਰ ਦੇ ਵਿੱਚ ਨਿਤ ਅਰਦਾਸ ਵੀ ਹੋ ਰਹੀ ਹੈ, ਸਿਮਰਨ ਵੀ ਹੋ ਰਿਹਾ ਹੈ, ਔਰ ਵਿਸ਼ਾਲ ਰੂਪ ਦੇ ਵਿੱਚ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਹਜ਼ਾਰਾਂ ਪ੍ਰਾਣੀਆਂ ਵਾਸਤੇ ਜੋ ਲੰਗਰ ਤਿਆਰ ਨਿਤ ਹੋ ਰਿਹਾ ਹੈ। ਔਰ ਦੂਰ ਦੂਰ ਤੱਕ ਜਿਹੜਾ ਜਿਨ੍ਹਾਂ ਨੇ ਪ੍ਰਬੰਧ ਕੀਤਾ, ਇਸ ਥਾਂ ਤੇ ਲਿੰਕ ਬਣਾ ਕੇ ਆਪਣਾ ਜਿਹੜਾ ਉਹ ਮੇਲ ਜੋਲ ਕਰਕੇ ਉੱਥੇ ਤੱਕ ਲੰਗਰ ਵੀ ਜਿਹੜਾ ਪਹੁੰਚਾਇਆ ਜਾ ਰਿਹਾ। ਇਹਨਾਂ ਤੋਂ ਇਲਾਵਾ ਬੇਅੰਤ ਐਸੀਆਂ ਸੰਗਤਾਂ ਨੇ ਜਿਹੜੀਆਂ ਗੁਰੂ ਘਰ ਤੱਕ ਆ ਤੇ ਨਹੀਂ ਸਕਦੀਆਂ, ਪਰ ਉਹ ਅੱਗੋਂ ਫੋਨ ਦੇ ਰਾਹੀਂ ਕਿਸੇ ਨਾ ਕਿਸੇ ਨਾਲ ਸੰਪਰਕ ਕਰਕੇ ਦੁਕਾਨਦਾਰਾਂ ਰਾਹੀਂ ਕਿ ਲੰਗਰ ਵਿੱਚ ਜੋ ਰਸਤ ਹੈ ਉਹ ਪਹੁੰਚਾਈ ਜਾਂਦੀ ਹੈ। ਪਰ ਬੇਨਤੀ ਇੱਕੋ ਹੀ ਬਾਰ-ਬਾਰ ਕੀਤੀ ਜਾ ਰਹੀ ਹੈ ਵੀ ਜਿੱਦਾਂ ਵੀ ਤੁਸੀਂ ਸੇਵਾਵਾਂ ਜਿਸ ਰੂਪ ਵਿੱਚ ਵੀ ਕਰ ਰਹੇ ਹੋ, ਉਹਦੀ ਰਸੀਦ ਆਪ ਜੀ ਜ਼ਰੂਰ ਪ੍ਰਾਪਤ ਕਰੋ। ਇਹ ਗੁਰੂ ਘਰ ਵੱਲੋਂ ਬਾਰ-ਬਾਰ ਬੇਨਤੀ ਹੋ ਰਹੀ ਹੈ। ਕਬੀਰ ਸਾਹਿਬ ਜੀ ਦੇ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ।